ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ, ਹਰਿਆਣਾ, ਹਿਮਾਚਲ ਵਰਗੇ ਰਾਜਾਂ ਦੇ ਵਿੱਚ ਝੂਮਦੇ ਹੋਏ ਜ਼ੋਂਬੀ। ਹੁਣ ਜੇ ਇਹ ਜਿਹੜੀ ਡਰੱਗ ਜਿਹੜੀ ਆ ਰਹੀ ਹੈ, ਜਿਹੜੀ ਚਿੱਟੇ ਤੋਂ 50 ਗੁਣਾ ਜ਼ਿਆਦਾ ਖਤਰਨਾਕ ਹੈ ਨਾ। ਦੁਨੀਆ 'ਚ, ਅਮਰੀਕਾ 'ਚ ਇਹਨੇ ਪੂਰਾ ਬਰਬਾਦੀ ਕਰ ਦਿੱਤੀ ਹੋਈ ਹੈ। ਠੀਕ ਹੈ, ਕੈਨੇਡਾ ਦੇ ਵਿੱਚ ਹਾਂਜੀ ਠੀਕ ਹੈ, ਫੈਂਟਨਲ ਜਿਹੜੀ ਹੈ। ਤੇ ਜੇ ਹੁਣ ਇਹ ਜੇ ਆ ਜਾਏਗੀ ਇੱਥੇ, ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਰਹੇਗਾ ਦੱਸੋ ਮੈਨੂੰ। ਕਿ ऐसा ना हो कि ये मार्केट बन गई। हमें बहुत खबरदार होने की ज़रूरत है सर। ये बहुआयामी समस्या है। ये ਤੁਹਾਨੂੰ ਇਨਕਲੂਸਿਵਲੀ ਤੁਹਾਨੂੰ ਹਰ ਐਂਗਲ ਤੋਂ ਦੇਖਣੀ ਪੈਣੀ ਹੈ। ਤੁਹਾਨੂੰ ਹਿਮਾਚਲ ਵੱਲ ਵੀ ਦੇਖਣਾ ਪੈਣਾ, ਤੁਹਾਨੂੰ J&K ਪਾਸੇ ਦੇਖਣਾ ਪੈਣਾ, ਤੁਹਾਨੂੰ ਦੇਖਣਾ ਪੈਣਾ ਕਿ ਰਾਜਸਥਾਨ ਤੋਂ ਕਿੰਨਾ ਤੁਹਾਡੇ ਕੋਲ ਭੁੱਕੀ ਜਿਹੜੀ ਆ ਰਹੀ, ਮੈਨੂੰ ਦੱਸੋ ਤੁਹਾਡੇ ਕੋਲ ਡੋਡਾ ਜਿਹੜਾ ਆ ਰਿਹਾ, ਤੁਹਾਡੇ ਕੋਲ ਅਫੀਮ ਆ ਰਹੀ, ਤੁਹਾਡੇ ਕੋਲ ਵੈਦ ਹੈਗੀ ਕੋਈ, ਕਿੱਥੋਂ ਆ ਰਹੀ ਹੈ? ਤੁਹਾਡੇ ਕੋਲ ਸਾਰੀ ਆ ਰਹੀ ਕਿੱਥੋਂ? अवैध चैनल से आ रही है ना। तो हम बड़े खुश हैं कि अवैध चैनल से आ रही है, अब इसको वैध कर दो जी। अवैध तो हमसे रुकी नहीं, जब वैध हो जाएगी तो आप डाइवर्शन को रोकेंगे। तो आप सारे के सारे को युद्ध में जा रहे हो क्या? ਤੁਸੀਂ ਕਿਹੜਾ युद्ध लड़ रहे हो कि ਤੁਹਾਨੂੰ ਹੁਣ ਇਹਦੀ ਲੋੜ ਹੈ ਕਿ ਜੀ ਸਾਨੂੰ ਤੇ ਬਹੁਤ ਲੋੜ ਹੈ, ਅਸੀਂ 5 ਗ੍ਰਾਮ ਅਸੀਂ ਲੈਣੀ ਹੈ ਤੇ ਫਿਰ ਅਸੀਂ ਨਿਕਲਣਾ ਹੈ ਬਾਹਰ। दिस इज सरेंडर। बिना किसी युद्ध के आप हार गए हैं और आपने सरेंडर कर दिया है, इसलिए आप कह रहे हैं कि इस नशे को छोड़ो, इसको करो। मैं तो एडवाइस करूंगा कि इस तरह का नैरेटिव सेट ना करो। अभी पंजाब को बचाने की आवश्यकता है। बड़ा आसान होता है सर पॉपुलरली बात करना, पॉपुलर स्टाइल में बात करना सर, लेकिन हु विल बी रिस्पॉन्सिबल फॉर दी फॉल आउट? ਇਹਦੇ ਜਿਹੜੇ ਗਲਤ ਇੰਪੈਕਟ ਹੋਣੇ ਆ ਸਮਾਜ ਦੇ ਵਿੱਚ, ਉਹਦਾ ਕੌਣ ਜ਼ਿੰਮੇਵਾਰ ਹੈ? ਨਾਲ ਹੀ ਨਾਲ ਐਫੀਡੇਵਿਟ ਵੀ ਦੇਣ ਕਿ ਇਹਦਾ ਕੋਈ ਬੁਰਾ ਅਸਰ ਸਮਾਜ ਦੇ ਵਿੱਚ ਨਹੀਂ ਪਏਗਾ। ਅਗਰ ਪੜਤਾ ਹੈ ਤਾਂ ਮੈਨੂੰ ਲਾਇਓ ਹਾਂ, ਫਿਰ ਮੈਨੂੰ ਫੜ ਲਓ। ਅਸੀਂ ਓਪੀਐਮ ਤੋਂ ਹੀਰੋਇਨ ਚਿੱਟੇ ਤੱਕ ਗਏ ਆ, ਚਰਸ ਤੋਂ ਚਿੱਟੇ ਤੱਕ ਗਏ, ਹਿਮਾਚਲੀ ਗਏ ਹੈ ਨਾ, ਤੇ ਚਿੱਟੇ ਵਾਲੇ ਵਾਪਸ नहीं आ रहे। तो ये संवेदना तो जरूर है, लेकिन इसमें वोट की संवेदना भी नजर आ रही है। और अगर आपके राज दरबार को चलाने वाले यदि सरेंडर करके कहेंगे कि अफीम खाओ, तो वाहेगुरु जी बचाएंगे बस। ਨਮਸਕਾਰ, ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਟੀਜ਼ਰ ਦੇ ਵਿੱਚ ਅੰਦਾਜ਼ਾ ਲਾ ਚੁੱਕੇ ਹੋ, ਅੱਜ ਦੀ ਸਾਡੀ ਇੱਕ ਬਹੁਤ ਹੀ ਅਹਿਮ ਗੱਲਬਾਤ ਹੈ, ਚਰਚਾ ਹੈ, ਤੇ ਇਸ ਸੀਰੀਜ਼ ਦੀ ਇਨਫੈਕਟ ਤੀਸਰੀ ਡਿਸਕਸ਼ਨ ਪੋਡਕਾਸਟ ਹੈ, ਇੰਟਰਵਿਊ ਹੈ OP ਸ਼ਰਮਾ ਜੀ ਦੇ ਨਾਲ। OP ਸ਼ਰਮਾ ਜੀ ਜੋ ਕਿ ਇੱਕ ਲੰਬਾ ਸਮਾਂ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਪੰਜਾਬ ਦੇ ਇਸ ਸੈਕਟਰ ਦੇ ਵਿੱਚ ਕੰਮ ਕਰ ਚੁੱਕੇ ਨੇ, ਹਿਮਾਚਲ ਤੋਂ ਤਾਲੁਕ ਰੱਖਦੇ ਨੇ, ਇੱਕ ਐਕਟਿਵਿਸਟ ਹੈਗੇ ਨੇ। ਹਿਮਾਚਲ ਪ੍ਰਦੇਸ਼ ਨਸ਼ਾ ਨਿਵਾਰਣ ਬੋਰਡ ਦੇ ਵਿੱਚ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ, ਕਾਫੀ ਐਕਟਿਵਲੀ ਨਸ਼ੇ ਦੇ ਖਿਲਾਫ ਗੱਲਬਾਤ ਕਰਦੇ ਨੇ। ਅੱਜ ਅਸੀਂ ਗੱਲ ਕਰਨੀ ਹੈ ਕੁਝ ਅਜਿਹੇ ਰੈਫਰੈਂਸਿਸ ਜੋ ਕਿ ਪਿਛਲੇ ਕੁਝ ਦਿਨਾਂ, ਹਫ਼ਤਿਆਂ, ਮਹੀਨਿਆਂ ਦੌਰਾਨ ਆਉਂਦੇ ਰਹੇ ਨੇ। ਇੱਕ ਤਾਂ ਪੰਜਾਬ ਦੇ ਵਿੱਚ ਬਹੁਤ ਲੰਬੀ ਚੌੜੀ ਚਰਚਾ ਚੱਲੀ ਹੈ, ਤੇ ਇਸ ਮੰਚ ਤੋਂ ਵੀ ਆਪਾਂ ਕੁਝ ਬੁਲਾਰਿਆਂ ਨੂੰ ਤੁਹਾਡੇ ਸਨਮੁਖ ਕੀਤਾ ਹੈ, ਜਿਸ ਵਿੱਚ ਅਫੀਮ ਦੀ ਖੇਤੀ ਜਾਂ ਖਸਖਸ ਦੀ ਖੇਤੀ ਦੀ ਗੱਲ ਹੋ ਰਹੀ ਹੈ। ਅਫੀਮ ਜਾਂ ਖਸਖਸ ਨੂੰ ਵਧਾਇਆ ਜਾਏ ਤਾਂ ਕਿ ਹਾਰਡ ਜਿਹੜੇ ਨਾਰਕੋਟਿਕਸ ਨੇ ਉਹਨਾਂ ਦੇ ਚੰਗੁਲ 'ਚੋਂ ਨੌਜਵਾਨ ਪੀੜ੍ਹੀ ਨਿਕਲ ਸਕੇ। ਇੱਕ ਤਾਂ ਇਸ ਗੱਲਬਾਤ ਨੂੰ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਫੋਰਮਰ ਲਾਅ ਇਨਫੋਰਸਮੈਂਟ ਆਫੀਸ਼ੀਅਲ ਤੋਂ, ਤੇ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀ ਸਥਿਤੀ ਹੈ ਉਹਦਾ ਵੀ ਮੁਲਾਂਕਣ ਕਰਨ ਦੀ ਕੋਸ਼ਿਸ਼ ਰਹੇਗੀ, ਕਿਉਂਕਿ ਹਿਮਾਚਲ ਤੇ ਹਰਿਆਣਾ ਵੀ ਪੰਜਾਬ ਵਾਂਗ ਹੀ ਚਿੱਟੇ ਜਾਂ ਹਾਰਡ ਜਿਹੜੇ ਡਰੱਗਸ ਹੈਗੇ ਨੇ, ਨਾਰਕੋਟਿਕਸ, ਉਹਨਾਂ ਦੀ ਚਪੇਟ ਦੇ ਵਿੱਚ ਲਗਾਤਾਰ ਆਉਂਦੇ ਜਾ ਰਹੇ ਨੇ। ਲੇਕਿਨ ਇਸ ਤੋਂ ਪਹਿਲਾਂ ਕਿ ਆਪਾਂ ਸ਼ੁਰੂਆਤ ਕਰੀਏ, ਸ਼ਰਮਾ ਜੀ ਪਹਿਲਾਂ ਤਾਂ ਸਵਾਗਤ ਕਰ ਲੈਣਾ, ਵੈਲਕਮ, ਥੈਂਕ ਯੂ ਫॉर ਕਮਿੰਗ ਆਲ ਦ ਵੇ ਟੂ। ਥੈਂਕ ਯੂ ਸੋ ਮਚ ਸਰ। ਇਸ ਤੋਂ ਪਹਿਲਾਂ ਕਿ ਇਸ ਗੱਲਬਾਤ ਦੀ ਸ਼ੁਰੂਆਤ ਕਰਾਂ, ਉਹ ਜਿਹੜੇ ਦੋ ਰੈਫਰੈਂਸਿਸ ਅਫੀਮ ਖਸਖਸ ਦੀ ਗੱਲ ਕੀਤੀ ਤੇ ਹਿਮਾਚਲ ਪ੍ਰਦੇਸ਼ ਦੀ ਸਥਿਤੀ, ਮੈਂ ਇੱਕ ਤਸਵੀਰ ਜੋ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਨਫੈਕਟ 2 ਜਾਂ 3 ਅਜਿਹੀਆਂ ਤਸਵੀਰਾਂ ਨੇ ਜਿਸ ਵਿੱਚ ਇੱਕ ਬਲਿੰਕਿਟ ਦਾ ਜਿਹੜਾ ਗਿਗ ਵਰਕਰ ਹੈ, ਡਿਲੀਵਰੀ ਬॉय ਹੈ, ਉਹ ਕਿਵੇਂ ਚੰਡੀਗੜ੍ਹ ਦੇ ਵਿੱਚ ਝੂਲਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਤਸਵੀਰ ਝਕਝੋਰ ਦੇਣ ਵਾਲੀ ਉਹ ਤਸਵੀਰ ਹੈ ਜੋ ਕਿ ਮੇਰੇ ਲਈ ਕੋਈ ਨਵੀਂ ਤਸਵੀਰ ਇਸ ਵਾਸਤੇ ਨਹੀਂ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉੱਥੇ ਵਿਚਰਦੇ ਰਹੇ ਨੇ, ਖਾਸ ਕਰਕੇ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਦੇ ਵਿੱਚ ਜਿੱਥੇ ਕਿ ਨਸ਼ੇ ਦੀ ਬਹੁਤ ਜ਼ਿਆਦਾ ਅਸੀਂ ਦੇਖਿਆ, ਕੋਕੇਨ ਜਾਂ ਹੈਰੋਇਨ ਵਰਗੇ ਡਰੱਗਸ ਬਹੁਤ ਜ਼ਿਆਦਾ ਵਰਤੋਂ ਵਿੱਚ ਲਾਏ ਜਾਂਦੇ ਨੇ। ਫੈਂਟਨਿਲ ਦੇ ਜਿਹੜੇ ਓਵਰਡੋਜ਼ ਦੇ ਕੇਸਿਸ ਨੇ, ਹਰ ਰੋਜ਼ ਤਕਰੀਬਨ 8 ਤੋਂ 9 ਮੌਤਾਂ ਉਸ ਸੂਬੇ 'ਚ BC ਦੇ ਵਿੱਚ ਹੋ ਰਹੀ ਨੇ, ਆਪਾਂ ਪਹਿਲਾਂ ਵੀ ਚਰਚਾਵਾਂ ਕਰ ਚੁੱਕੇ ਨੇ। ਸੋ ਉੱਥੇ ਇਸ ਤਰੀਕੇ ਦੀਆਂ ਤਸਵੀਰਾਂ ਵੈਨਕੂਵਰ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਮ ਨੇ, ਜਿੱਥੇ ਜ਼ੋਂਬੀਜ਼ ਜਿਹੜੇ ਹੁੰਦੇ ਨੇ, ਜਿਹੜੇ ਲੋਕਾਂ ਦੇ ਉੱਤੇ ਇੱਕ ਨਸ਼ਾ ਹਾਵੀ ਹੁੰਦਾ ਹੈ, ਉਹ ਕਿਵੇਂ ਇੱਕ ਹੀ ਸਥਿਤੀ ਦੇ ਵਿੱਚ, ਜਿਵੇਂ ਕਿ ਬਲਿੰਕਿਟ ਦਾ ਇਹ ਜਿਹੜਾ ਵਰਕਰ ਸੀ ਉਹ ਨਜ਼ਰ ਆਇਆ, ਉਹ ਕਈ ਘੰਟੇ ਉਵੇਂ ਹੀ ਝੂਲਦੇ ਰਹਿੰਦੇ ਨੇ ਜਦ ਤੱਕ ਨਸ਼ਾ ਉਹਨਾਂ 'ਤੇ ਚੜ੍ਹਿਆ ਹੁੰਦਾ ਹੈ। ਸੋ ਆਪਾਂ ਇਸ ਰੈਫਰੈਂਸ ਤੋਂ ਸ਼ੁਰੂ ਕਰਨਾ ਚਾਹਾਂਗੇ। ਸ਼ਰਮਾ ਜੀ, ਇਹ ਜਿਹੜੀ ਤਸਵੀਰ ਹੈ ਕਾਫੀ ਭਿਆਨਕ ਤਸਵੀਰ ਹੈ, ਤੇ ਹੁਣ ਪੰਜਾਬ ਦੇ ਬਹੁਤ ਸੇ ਸ਼ਹਿਰਾਂ 'ਚੋਂ
ਹਿਮਾਚਲ ਜਾਂ ਹੋਰ ਸੂਬਿਆਂ ਦੇ ਵਿੱਚੋਂ ਵੀ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਇਹ ਮੈਂ ਕੈਨੇਡਾ ਤੋਂ ਦੇਖੀਆਂ ਸੀ। ਅਮਰੀਕਾ ਦੇ ਵਿੱਚ ਇਸ ਦਾ ਇੱਕ ਬਹੁਤ ਵੱਡਾ ਪ੍ਰਕੋਪ ਹੈ, ਫੈਂਟਨਲ ਦਾ ਐਡਾ ਪ੍ਰਕੋਪ ਹੈ ਕਿ ਟਰੰਪ ਪਿੱਛੇ ਬਹੁਤ ਸਖਤ ਹੋ ਗਏ ਤੇ ਕੈਨੇਡਾ ਨੂੰ ਇੱਕ ਫੈਂਟਨਲ ਜ਼ਾਰ ਤੱਕ ਅਪਾਇੰਟ ਕਰਨਾ ਪਿਆ ਸੀ, ਯਾਨੀ ਕਿ ਇੱਕ ਆਫੀਸ਼ੀਅਲ ਜਿਸਨੇ ਫੈਂਟਨਲ ਦੀ ਤਸਕਰੀ ਦੇ ਉੱਤੇ ਸਖਤੀ ਕਰਨੀ ਸੀ ਕੈਨੇਡਾ ਦੇ ਵਿੱਚ। ਸੋ ਉੱਥੇ ਤਾਂ ਇਹ ਤਸਵੀਰਾਂ ਆਮ ਸੀ, ਲੇਕਿਨ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ, ਹਰਿਆਣਾ, ਹਿਮਾਚਲ ਵਰਗੇ ਰਾਜਾਂ ਦੇ ਵਿੱਚ ਝੂਮਦੇ ਹੋਏ ਜ਼ੋਂਬੀ, ਥੋੜ੍ਹੇ ਇਸ ਫਿਨੋਮੀਨਨ ਨੂੰ ਸਮਝਾਓ ਵੀ ਇਹ ਤੁਹਾਡੇ ਲਈ ਕਿੰਨਾ ਕੁ ਸ਼ੌਕਿੰਗ ਹੈ ਤਸਵੀਰਾਂ, ਐਂਡ ਡੂ ਯੂ ਵਾਟ ਡੂ ਯੂ ਮੇਕ ਆਊਟ ਆਫ ਇਟ? ਦੇਖੋ ਜੀ, ਇਹ ਹੈ ਤੇ ਬਹੁਤ ਸ਼ੌਕਿੰਗ, ਪਰ 1.5 ਸਾਲ ਪਹਿਲੇ ਹੀ ਮੈਂ ਕਿਸੇ ਆਪਣੇ ਇੰਟਰਵਿਊ 'ਚ ਬਿਲਕੁਲ ਕਲੀਅਰ ਕੀਤਾ ਸੀ ਕਿ ਗਲੋਬਲ ਜਿਹੜੀ ਡਰੱਗਸ ਨਾ, ਗਲੋਬਲ ਲੈਵਲ ਦੀ ਜਿਹੜੀ ਚੀਜ਼ ਹੈ ਉਹ ਇੱਥੇ पहुँचेगी, है ना। जो कहीं पे हो रही है वो यहाँ पे आएगी, ठीक। तो ये कोई मेरे लिए कोई बहुत ज़्यादा सरप्राइजिंग नहीं है, क्योंकि मैं तो ये देख रहा हूँ कि ये कब आएगी और ये आ गई है। तो आई एम जस्ट शॉक्ड कि हमने प्रिपरेशन नहीं किया। हमें पता है कि एक त्रासदी आने वाली है, हमको अपनी तैयारी करनी चाहिए। पॉलिसी निर्धारित होती, कानून में कोई बदलाव आते, फोर्सेस उनको तैयार किया जाता, ट्रेन किया जाता। ਤਕਰੀਬਨ 1.5 ਸਾਲ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਇੰਨਾ ਸਮਾਂ ਤਾਂ ਯੁੱਧ ਨਸ਼ਿਆਂ ਵਿਰੁੱਧ ਆਪਾਂ ਉਸ ਦਿਨ ਤੋਂ ਇਹ ਪੋਡਕਾਸਟ ਕਰ ਰਹੇ ਹਾਂ। ਪਹਿਲਾਂ ਆਪਾਂ ਪੋਡਕਾਸਟ ਕੀਤੀ ਯੁੱਧ ਨਸ਼ਿਆਂ ਵਿਰੁੱਧ, ਪਹਿਲਾ ਸੈਕਸ਼ਨ, ਫਿਰ ਦੂਸਰਾ ਪੜਾਅ ਫੇਜ਼ ਹੋਇਆ। ਸੋ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਚੱਲਦਾ ਪਿਆ ਹੈ। ਬਿਲਕੁਲ ਚੱਲਦਾ ਪਿਆ, ਪਰ ਉਹੋ ਜਿਹੀ ਤਿਆਰੀ ਸਾਡੀ ਤੇ ਮੈਨੂੰ ਤਾਂ ਨਹੀਂ ਕਿਤੇ ਵੀ ਨਜ਼ਰ ਆਉਂਦੀ ਹੈ। ਤੇ ਜੇ ਤਿਆਰੀ ਨਹੀਂ ਹੈ ਤੇ ਫਿਰ ਇਸ਼ੂ ਫਿਰ ਇਸ ਤਰ੍ਹਾਂ ਦੇ ਨਿਕਲਣਗੇ ਕਿ ਹੁਣ ਤੁਸੀਂ ਅਫੀਮ ਖਾਓ ਜੀ, ਤੁਸੀਂ ਭੁੱਖੇ ਤੇ ਆ ਜਾਓ, ਡੋਡੇ ਤੇ ਆ ਜਾਓ। ये दिस इज सरेंडर, दिस इज ए सरेंडर। बिना किसी युद्ध के आप हार गए हैं और आपने सरेंडर कर दिया है, इसलिए आप कह रहे हैं कि इस नशे को छोड़ो, इसको करो, क्योंकि आपकी चल नहीं रही। अब चलेगी कैसे आपकी? आपने तो तैयारी नहीं करी थी। तो मेरे जैसा व्यक्ति तो मानेगा नहीं इस बात को। मैं कहता हूं पहले आप लड़िए। जब हम लड़ मरेंगे इतने बड़े किसी दुश्मन के सामने, जब तक हम उसको कंटेन नहीं करेंगे तब तक हम ये क्यों माने, हम क्यों सरेंडर करें? सो दिस इज़ ए सरेंडर। मुझे बड़ा दुख लगा, मैं हिमाचल में था, आई फील्ड वेरी बैड, यू नो। किस चीज़ ਨੂੰ ਲੈ ਕੇ ਜਿਹੜਾ ਤਸਵੀਰਾਂ ਜਿਹੜੀਆਂ ਆਈਆਂ? ਹਾਂ, ਤਸਵੀਰਾਂ ਦੇਖ ਬਿਲਕੁਲ ਸ਼ੌਕਿੰਗ, ਐਬਸੋਲੂਟਲੀ। ਥੀਸ ਆਰ ਵੈਰੀ ਡਿਸਟਰਬਿੰਗ। ਬਟ 1.5 ਸਾਲ, ਸਵਾ ਸਾਲ ਮੈਂ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਡਿਸਕਸ ਕੀਤੀਆਂ ਨੇ। ਉੱਥੇ ਅਸੀਂ ਉੱਥੇ ਕਿਸੇ ਵੀ ਸ਼ਾਪਿੰਗ ਮਾਲ 'ਚ ਜਾ ਰਹੇ ਹੋ, ਤੁਸੀਂ ਕਿਸੇ ਸੁਪਰ ਸਟੋਰ ਜਾ ਰਹੇ ਹੋ, ਉੱਥੇ ਇਸ ਤਰੀਕੇ ਦੇ ਜ਼ੋਂਬੀ ਆਮ ਦਿਸ ਜਾਂਦੇ ਸੀਗੇ। ਐਂਡ ਵਨ ਯੂਜ਼ ਟੂ ਸਰਪ੍ਰਾਈਜ਼ ਐਂਡ ਬੀ ਸ਼ੌਕ ਕਿ ਯਾਰ ਅੱਛਾ ਫੈਂਟਨਲ ਦੇ ਨਾਲ ਇੱਥੇ ਜ਼ਿਆਦਾ ਓਵਰਡੋਜ਼ ਹੋ ਰਹੀ ਹੈ। ਬਟ ਇੰਡੀਆ ਦੇ ਵਿੱਚ ਇਹ ਚੀਜ਼ ਨਹੀਂ ਸੀ ਦੇਖੀ ਤੇ ਆਏਗੀ। ਵੀ ਹੈਡ ਨਾਈਪਰ ਐਂਟੀਸਿਪੇਟਡ ਨਹੀਂ, ਵੀ ਸ਼ੁਡ ਐਂਟੀਸਿਪੇਟ। ਸਾਨੂੰ ਪਤਾ ਨਹੀਂ ਅਮਰੀਕਾ 'ਚ ਕੀ ਹੋ ਰਿਹਾ, ਕੈਨੇਡਾ 'ਚ ਕੀ ਹੋ ਰਿਹਾ। आज के ज़माने में वर्ल्ड इज़ अ ग्लोबल विलेज। सूचना इतनी फास्ट आपके पास है, विद इन सेकेंड्स, है ना। अमेरिका से यहाँ आपके पास है, मेरे जैसे चंबा जैसे किसी दूर दराज गांव में आई एम जस्ट इन अमेरिका। बिल्कुल। तो मेरी तैयारी क्यों नहीं है? ਪਹਿਲੇ 2 ਪੋਡਕਾਸਟ ਹੋਏ ਨੇ, ਉਹਦੇ ਵਿੱਚ ਜਿਹੜਾ ਦੂਸਰਾ ਪੋਡਕਾਸਟ ਸੀ ਉਹਦੇ ਵਿੱਚ ਪੋਲਿਸੀ ਇੰਟਰਵੈਂਸ਼ਨ ਦੇ ਉੱਤੇ ਸ਼ਰਮਾ ਜੀ ਨੇ ਬਹੁਤ ਜ਼ੋਰ ਦਿੱਤਾ ਕਿ ਪੋਲਿਸੀ ਬਣਨੀ ਚਾਹੀਦੀ ਹੈ, ਨੀਤੀ ਨਿਰਧਾਰਨ, ਜੋ ਕਿ ਨਹੀਂ ਹੈ, ਰਾਈਟ। ਡਿਸਪਾਈਟ ਆਲ ਦ ਟੋਲ ਕਲੇਮ, ਯੁੱਧ ਨਸ਼ਾ ਵਿਰੁੱਧ, ਦਿਸ ਐਂਡ ਦੈਟ। ਪੰਜਾਬ ਦਾ, ਹਿਮਾਚਲ ਦਾ, ਹਰਿਆਣਾ ਦਾ, ਸਭ ਦਾ, देश ਦਾ ही हाल है। बिल्कुल ये हाल है। पॉलिसी आज के संदर्भ में, टुडेज सर्कमस्टांसेस को देखते हुए आज एक पॉलिसी बन जाएगी। आप एक बेसिक अपना प्लान ऑफ एक्शन तो तैयार कर लो यार, है ना, ऑन द बेसिस ऑफ दैट पॉलिसी। आज वर्तमान में क्या परिस्थिति है धरातल पे, उसके आधार पे पॉलिसी बना लो, एक्शन प्लान बना लो, उसे इम्प्लीमेंट करना शुरू करो। बीच में जो बदलाव आ रहे हैं उसे नोटिस करो, आपकी टीमें होनी चाहिए, और फिर उस पॉलिसी में चेंजेस लाइए, उसे अमेंड कीजिए। हु स्टॉप्स यू? आप बेसिक पॉलिसी ही नहीं लाएंगे तो कैसे चलेगा काम? मतलब कौन सा युद्ध है? आप वो काम कर रहे हो कि डंडे से और 303 से आप लड़ेंगे, ठीक है, एक युद्ध, है ना। और वो जो दुश्मन है वो तो उसका तो स्केल कोई और ही है ना। तो 303 से आप कैसे लड़ेंगे बताइए? आप डंडा लेके कैसे घूमेंगे? हिमाचल में भी यही ड्रामा चल रहा है। मतलब मैं आई वुड से दिस इज ड्रामा।
वहाँ भी यही कह रहा है कि कैनबिस को लीगलाइज कर दो तो लोग चरस पियेंगे तो ठीक है, उससे मरते नहीं है जी, ये तो नेचुरल नशा है जी। ਇੱਥੇ ਵੀ ਇਹੀ ਗੱਲ ਹੋ ਰਹੀ ਹੈ कि भी ओपीएम ਜਿਹੜਾ ਜੀ ਇਹ ਬੜਾ ਇਹਦੇ ਨਾਲ ਕੋਈ ਡੈਥ ਨਹੀਂ ਹੁੰਦੀ ਹੈ, ਇਹਦੇ ਅਮਲੀ ਹੁੰਦੇ ਨੇ, ਇਹਦੇ ਐਡਿਕਟ ਨਹੀਂ ਹੁੰਦੇ ਨੇ। ਠੀਕ ਹੈ ਜੀ, ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਨੇ ਇੱਥੇ ਪੰਜਾਬ 'ਚ। इट्स अ सरेंडर, इसको हम और क्या कहते हैं, ये इट इज़ रेजिग्नेशन। हथियार पाते। हाँ, आपने हथियार डाल दिए। आई एम सॉरी, फाइटर्स हथियार डाल रहे हैं, ये बड़ा दुख लगता है मुझे। पंजाब का हम नाम मतलब जहन में भी आता तो हमारी छाती चौड़ी हो जाती है। पंजाब, यू नो, डोडे खाओ, पोस्ट खाओ जी, खसखस दी खेती। ये बड़ा सरप्राइजिंग है। ਇਹ ਇੱਕ ਤਾਂ ਹੁੰਦਾ ਨਾ ਸੋਸ਼ਲ ਮੀਡੀਆ 'ਚ ਇਸ ਤਰੀਕੇ ਦੀ ਗੱਲਾਂ ਬਾਤਾਂ ਚੱਲਣ। ਮੈਂ ਵੀ ਇੱਥੇ ਇੰਟਰਵਿਊ ਕੀਤੀਆਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਬੜੀ ਜੰਮ ਕੇ ਵਕਾਲਤ ਕੀਤੀ ਹੈ। ਕਈ ਵਾਰ ਉਹਨਾਂ ਦੀ ਗੱਲਬਾਤ ਥੋੜ੍ਹੀ ਜਿਹੀ ਲੌਜੀਕਲ ਵੀ ਲੱਗਦੀ ਹੈ ਨਾ ਕਈ ਵਾਰ, ਲੇਕਿਨ ਉਹ ਐਕਸਟ੍ਰੀਮ। ਮਾਈ ਕੁਐਸਚਨ ਵਾਸ ਦ ਸੇਮ ਵੀ ਆਪਾਂ ਨੂੰ ਲੜਨ ਦਾ ਤਰੀਕਾ ਨਹੀਂ ਪਤਾ, ਆਪਾਂ ਲੜ ਨਹੀਂ ਪਏ ਸੋ ਆਪਾਂ ਹਥਿਆਰ ਪਾ ਰਹੇ ਹਾਂ, ਹੈ ਨਾ, ਆਪਾਂ ਸਰੈਂਡਰ ਕਰ ਰਹੇ ਹਾਂ, ਆਪਾਂ ਆਪਣੇ ਕੋਲ ਸੋਲਿਊਸ਼ਨਸ ਨਹੀਂ ਹੈਗੇ ਨੇ, ਤਾਂ ਕਰਕੇ ਆਪਾਂ ਕਹਿ ਰਹੇ ਵੀ ਤੁਸੀਂ ਅਫੀਮ। ਸਰੈਂਡਰ ਕੈਨ ਨੈਵਰ ਬੀ ਅ ਸੋਲਿਊਸ਼ਨ, ਰਿਮੈਂਬਰ। फाइटिंग इट आउट इज अ सोल्यूशन। आई वुड रेफर टू 1846-1850 में 2 ओपियम वॉर्स हुए। ब्रिटिश ईस्ट इंडिया कंपनी ने जो कैंटन्स हैं, जो तटीय क्षेत्र हैं इसके चाइना के, वहाँ पे 1846 में लगभग 1,20,00,000 लोगों को अफीमची बना दिया और उनकी पूरी इकोनॉमी ड्रेन कर गए। 1850 तक उन लोगों को ये समझ आ गई कि वो पूरी तरह से ब्रिटिश उनको बर्बाद कर गए हैं। समहाउ फिर वो उठ खड़े हुए और मालूम है उस वक्त ब्रिटिश ईस्ट इंडिया कंपनी की तरफ लड़ने के लिए जो लड़ाके थे वो हिंदुस्तान से गए थे, पंजाब से भी गए थे। क्या हम बेखबर हैं इन चीज़ों को? हमारे नेतृत्व को ये बात बतानी चाहिए कि लेट अस फाइट इट आउट। ਨਹੀਂ, ਮੈਂ ਇੱਥੇ ਤੁਹਾਨੂੰ ਦੱਸ ਦਿੰਦਾ, ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ, ਪ੍ਰਧਾਨ ਹੈਗੇ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ, ਕਾਂਗਰਸ ਦੇ ਕੋਈ ਮੈਂਬਰ ਪਾਰਲੀਮੈਂਟਸ ਤੇ ਬਹੁਤ ਸੇ ਹੋਰ ਐਸੇ ਰਸੂਖਦਾਰ ਲੋਕਾਂ ਨੇ। ਇੱਕ ਤਾਂ ਗੱਲ ਹੁੰਦੀ ਵੀ ਸੋਸ਼ਲ ਮੀਡੀਆ ਦਾ ਨੈਰੇਟਿਵ ਚੱਲ ਰਿਹਾ, ਆਮ ਲੋਕ ਇਸ ਦੀ ਵਕਾਲਤ ਕਰ ਰਹੇ, ਲੇਕਿਨ ਹੁਣ ਸਾਡੇ ਪਾਲਿਸੀ ਮੇਕਰਸ ਇਸ ਚੀਜ਼ ਨੂੰ ਬਿਨਾਂ ਸਮਝੇ, ਬਿਨਾਂ ਜਾਣੇ ਕਿ ਲੀਗਲੀ ਕਿਵੇਂ ਸੰਭਵ ਹੋ ਪਾਏਗਾ, ਉਹਦਾ ਕੀ ਲੀਗਲ ਫਰੇਮਵਰਕ ਹੈ, ਕੀ ਭਾਰਤ ਸਰਕਾਰ ਇਸ ਦੀ ਇਜਾਜ਼ਤ ਦੇ ਸਕਦੀ ਹੈ, ਨਹੀਂ ਦੇ ਸਕਦੀ। ਲੇਕਿਨ ਸਾਡੇ ਲਾਅ ਮੇਕਰਸ, ਸਾਡੇ ਮੈਂਬਰ ਪਾਰਲੀਮੈਂਟ, ਸਾਡੇ ਲੈਜਿਸਲੇਟਰ, ਸਾਡੇ MLAs, ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟਸ ਹੁਣ ਕਹਿ ਰਹੇ ਨੇ ਵੀ ਨਹੀਂ, ਭੰਗ ਤਾਂ ਨਹੀਂ ਕਹਿ ਰਹੇ ਇਸ ਕੇਸ ਵਿੱਚ, ਅਫੀਮ ਭੁੱਕੀ ਦੀ ਗੱਲ ਹੁੰਦੀ ਹੈ, ਪੋਸਟ ਦੀ ਗੱਲ ਹੁੰਦੀ ਹੈ, ਕਰੋ ਖੇਤੀ, ਕਿਸਾਨਾਂ ਲਈ ਵੀ ਚੰਗਾ ਹੈ ਤੇ ਹਾਰਡਕੋਰ ਨਸ਼ਿਆਂ ਤੋਂ ਮੁੰਡੇ ਬਚ ਜਾਣਗੇ। ਕਿਸਾਨਾਂ ਵਾਸਤੇ ਤੇ ਚੰਗਾ ਹੈ ਨਹੀਂ। ਤੁਸੀਂ ਮੈਕਨਾਈਜ਼ਡ ਕੀਤੀ ਹੋਈ ਆਪਣੀ ਸਾਰੀ ਐਗਰੀਕਲਚਰ ਸੈਕਟਰ ਹੈ ਨਾ, वो किसी होर पासे जा रही है। तुसी क्या समझते, तुसी ओपीएम उगा लोगे? मतलब किसान के लिए भी ये ठीक नहीं है, मैं बता रहा हूँ आपको। दूसरा, इस दृष्टि से भी ठीक नहीं है कि माना आपने भारत सरकार को मना भी लिया और भारत सरकार में सेंट्रल ब्यूरो ऑफ नारकोटिक्स जो जिसकी देखरेख में ये सब होता है, अफीम की खेती है, हाँ जी हाँ, है ना, उसको आपने मान्यता दे दी। हालांकि मान्यता कब मिलती है? जब आपकी डोमेस्टिक और इंटरनेशनल या ग्लोबल कोई रिक्वायरमेंट है, नीड है, मार्केट है, वो जब पूरी आ जाती है उसके अनुसार वो पटे दिए जाते हैं। ठीक है ना सर? ऐसे तो अलाउ नहीं करेंगे आप, क्योंकि पिलफरेज होगा, इसका स्मगलिंग होगी, डाइवर्जन होगा, तो आप क्या करेंगे? ठीक है, तो सरकार तो 15,000 रुपये किलो देगी, आपके किसान को क्या मिले? 15,000 रुपये। वो तो देख रहा है जो अवैध मार्केट में 3 लाख रुपये किलो मिल रहा है, वो तो उस प्राइस को देख रहा है, इसलिए मोटिवेटेड है कि मेरे पैसे बनने हैं ਤੇ ਨਾਲ ਆਪਾਂ ਚੱਟ ਵੀ ਲੈਣੀ ਹੈ, ਖਾ ਵੀ ਲੈਣੀ ਅਸੀਂ, ਤੇ ਸਾਡਾ ਵੀ ਕੰਮ ਇਹ ਹੋਣਾ नहीं, प्रैक्टिकल नहीं होना, ये प्रैक्टिकल नहीं है। तो ये कैसे होगा? देखिए, पॉलिटिकल जो हमारे मास्टर्स हैं उनको, क्योंकि वो पॉलिटिकल हैं, इसलिए वोट उनके सेंट्रल फोकस में रहता है। ये तो बात हमें माननी चाहिए। टुमारो इफ आई एम इन पॉलिटिक्स, प्रोबेबली मैं पॉपुलिस्ट बात करूंगा, जो पॉपुलर हो, आई विल स्पीक व्हाट इज पॉपुलर। तो मान ली बात कि वो अंडर प्रेशर है, ऐसा नैरेटिव बन गया है, माना समाज में ऐसी बात आ रही है, तो वो सरेंडर करेंगे उस बात पे, वो जो चल रहा है समाज में। ठीक है, तो चलिए उनकी बातें मान ली कि उन्होंने ये, वो यही करेंगे विदाउट गेटिंग इनटू द डिटेल्स। ये संभव है, नहीं है, या विदाउट डूइंग एनी रिसर्च। ठीक है, एक चीज़। दूसरा, आपने कहा यू रेफर टू पॉलिसी मेकर्स।
अब आज तक पॉलिटिकल मास्टर्स ने इसको लड़ने के लिए तैयारियां करी नहीं, और हमारे पॉलिसी मेकर्स ने कभी पॉलिसी बनाने का कभी कष्ट किया नहीं, है ना। ਕਾਨੂੰਨ ਬਣ ਗਏ, ਨਿਯਮ ਬਣ ਗਏ, एनडीपीएस एक्ट बन गया, ਉਹਦੇ ਤਹਿਤ ਇੱਕ ਢਾਂਚਾ ਖਾਕਾ ਬਣ ਗਿਆ, ਬਟ ਤੁਸੀਂ ਕਹਿ ਰਹੇ ਹੋ ਪॉलिसी नहीं बनी। हाँ वो वो तो गवर्नमेंट ऑफ इंडिया का है, एनडीपीएस एक्ट तो सेंट्रल एक्ट है ना। थैंक्स टू ग्लोबल कम्युनिटी की वो वहाँ से सारा आया, उन्होंने एंटिसिपेट किया ये सब होगा दुनिया में, तो वो सब ने किया, वो हमने भी कर लिया, है ना। CND ये वो वगैरह सब कुछ हुआ, है ना। कन्वेंशंस हुई, 61 में हुई, 71 में हुई, लॉ बन गया, कानून बन गया। उसके बाद पॉलिसीज़ तो बननी चाहिए थी ना, और हर प्रदेश को अपनी पॉलिसी बनानी चाहिए थी। HP इज़ दी ओनली स्टेट जिस पॉलिसी मेरा कंट्रीब्यूशन है। आई प्रपोज्ड इन द नशा निवारण बोर्ड बैठक टू हैव अ पॉलिसी, पर बनी वो भी नहीं बन गई अधिसूचित है, लेकिन अब इम्प्लीमेंट नहीं कर रही है हमारी वर्तमान सरकार। इम्प्लीमेंटेशन, अब दे आर वेरी टाइट इन इम्प्लीमेंटिंग दैट। अब नाउ दिस इज अ मल्टी डायमेंशनल प्रॉब्लम यार, ये ऐसे नहीं है, ये बहुआयामी समस्या है। ये ਤੁਹਾਨੂੰ ਇਨਕਲੂਸਿਵਲੀ ਤੁਹਾਨੂੰ ਹਰ ਐਂਗਲ ਤੋਂ ਦੇਖਣੀ ਪੈਣੀ ਹੈ। ਤੁਹਾਨੂੰ ਹਿਮਾਚਲ ਵੱਲ ਵੀ ਦੇਖਣਾ ਪੈਣਾ, ਤੁਹਾਨੂੰ J&K ਪਾਸੇ ਦੇਖਣਾ ਪੈਣਾ, ਤੁਹਾਨੂੰ ਦੇਖਣਾ ਪੈਣਾ ਕਿ ਰਾਜਸਥਾਨ ਤੋਂ ਕਿੰਨਾ ਤੁਹਾਡੇ ਕੋਲ ਭੁੱਕੀ ਜਿਹੜੀ ਆ ਰਹੀ, ਮੈਨੂੰ ਦੱਸੋ, ਤੁਹਾਡੇ ਕੋਲ ਡੋਡਾ ਜਿਹੜਾ ਆ ਰਿਹਾ, ਤੁਹਾਡੇ ਕੋਲ ਅਫੀਮ ਆ ਰਹੀ, ਤੁਹਾਡੇ ਕੋਲ ਵੈਦ ਹੈਗੀ ਕੋਈ, ਕਿੱਥੋਂ ਆ ਰਹੀ ਹੈ? ਤੁਹਾਡੇ ਕੋਲ ਸਾਰੀ ਆ ਰਹੀ ਕਿੱਥੋਂ? अवैध चैनल से आ रही है ना। तो हम बड़े खुश हैं कि अवैध चैनल से आ रही है, अब इसको वैध कर दो जी। अवैध तो हमसे रुकी नहीं, जब वैध हो जाएगी तो आप डाइवर्शन को रोकेंगे? मैं मानने के लिए तैयार नहीं हूं, नहीं रुकेगी सर। कितना इन्फोर्समेंट कर लोगे आप, क्योंकि आपने वो मैकेनिज्म सेट ही नहीं करा है। ਚਲੋ ਤੁਸੀਂ ਓਪੀਐਮ ਵਾਰਸ ਦਾ ਜ਼ਿਕਰ ਕੀਤਾ, ਉਹ ਤੇ ਇੱਕ ਰੈਫਰੈਂਸ ਸੀ ਨਾ, ਜਦੋਂ ਸੋਚ ਸਮਝ ਕੇ ਮਿੱਥ ਕੇ ਨੀਤੀ ਬਣਾ ਕੇ ਅਫੀਮ ਤੇ ਲੋਕਾਂ ਨੂੰ ਲਾਤਾ ਗਿਆ। ਲੇਕਿਨ ਇੱਥੇ ਪ੍ਰੋਬਲਮ ਕੁਝ ਹੋਰ ਹੈ, ਜਿਹੜੇ ਲੋਕ ਵੀ ਇਸ ਦੀ ਵਕਾਲਤ ਕਰਦੇ ਨੇ, ਟੂ ਪੁੱਟ ਅ ਕਾਊਂਟਰ ਆਰਗੂਮੈਂਟ ਕਿ ਸਿਚੁਏਸ਼ਨ ਇਜ਼ ਅਲਾਰਮਿੰਗ। ਹੁਣ ਇੱਥੇ ਓਵਰਡੋਜ਼, ਟੌਕਸਿਸਿਟੀ ਵਾਲੀਆਂ ਡੈਥਸ ਹੋ ਰਹੀਆਂ ਨੇ, ਬੱਚੇ ਨਸ਼ੇ ਦੀ ਗਰਦ ਦੇ ਵਿੱਚ ਨੇ, ਅਸੀਂ ਉਹ ਹੈਂਡਲ ਨਹੀਂ ਕਰ ਪਾਏ, ਤਾਂ ਚਲੋ ਸੌਫਟ ਨਸ਼ੇ ਤੇ ਆਈਏ, ਘੱਟੋ ਘੱਟ ਉਹਨਾਂ ਚੋਂ ਨਿਕਲਾਂਗੇ। देयर हैज़ टू बी अ वे आउट, देयर हैज़ टू बी एन ईजी वे आउट। मेरा प्रश्न ये है सर कि नशा कर ही लेना है, तो नशा अगर करना ही है तो क्यों ना आप अपने गुरु का नशा करें, हम अपने धर्म का नशा करें, स्पिरिचुअल नशा करो ना। आपको किसी भी चीज़ की आवश्यकता नहीं होगी। किस में फंसे हुए, किस अंधकार में फंसे हैं हम लोग? ਇਹ ਤਾਂ ਬੜੀ ਉੱਚੇ ਲੈਵਲ ਦੀ ਗੱਲ ਤੁਸੀਂ ਕਰਤੇ, ਤੁਸੀਂ ਉੱਚੇ ਲੈਵਲ ਤੇ ਆਣਾ ਪੈਣਾ, ਨਹੀਂ ਤੇ ਇਹ ਬਰਬਾਦੀ ਹੈ, ਇਹ ਬਰਬਾਦੀ ਹੈ। ਦਿਸ ਇਜ਼ ਦੀ ਓਨਲੀ ਸੋਲੂਸ਼ਨ। 13, 14, 16, 18 ਸਾਲ ਦੀ ਉਮਰ ਦੇ ਬੱਚੇ ਜਿਨ੍ਹਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਹੈ, ਉਹਨਾਂ ਦੇ ਹੱਥਾਂ ਦੇ ਵਿੱਚ ਨਸ਼ਾ ਫੜਾਉਣ ਵਾਲੇ ਇੱਕ ਪੂਰੀ ਜਮਾਤ ਤੇ ਇੱਕ ਆਰਗੇਨਾਈਜ਼ਡ ਪੂਰਾ ਮਾਫੀਆ ਕਾਟਲ ਕੰਮ ਕਰਦਾ ਹੈ। ਕਿਉਂ ਨਹੀਂ ਹੈ ਸਰ? ਇਹ ਕਲਚਰ ਸਾਨੂੰ ਆਪਣੇ ਪਰਿਵਾਰ ਦੇ ਅੰਦਰ ਇਹ ਕ੍ਰੀਏਟ ਕਰਨਾ ਪੈਣਾ ਹੈ ਨਾ, ਇਹ ਕਲਚਰ ਬਣਾਉਣਾ ਪੈਣਾ ਹੈ ਨਾ ਤੁਹਾਨੂੰ। ਔਰ ਸਾਡਾ ਸੀ ਨਾ ਕਲਚਰ, ਇੱਥੇ ਤਾਂ ਉਹ ਸਾਰੀ ਚੀਜ਼ਾਂ ਟੁੱਟ ਗਈਆਂ ਨਾ। ਵੀ ਆਰ ਸੀਇੰਗ ਅ ਡਿਸਮੈਂਟਲਿੰਗ ਆਫ ਦਾ ਹੋਲ ਸਟਰਕਚਰ। ਜਿਹੜੀ ਸਾਡੀ ਵੈਲਿਊ, ਜਿਹੜੇ ਸਾਡੇ ਈਵਨ ਹੁਣ ਤਾਂ ਧਰਮ ਦੇ ਵਿੱਚੋਂ ਹੀ ਕੋਟ ਕੀਤਾ ਜਾਂਦਾ ਹੈ to justify some kind of that was also very surprising। वो ठीक है कि आपको जब वॉरियर तैयार करने हैं तो उनको कुछ थोड़ा सा इस तरह से, जैसे आपको कैंटीन में शराब मिलती है ना, फौजियों को देते हैं हम, किस लिए देते हैं? इसलिए देते हैं कि थोड़े समय के लिए उनके अंदर, एक थोड़े समय के लिए जो ज़रूरत है, पता होता है कमांडरों को क्या करना है, कैसे करना है, ठीक है, वो चीज़ अवेलेबल है उनके लिए। पर इसका मतलब ये नहीं है कि आपके घर, तो आप सारे के सारे को युद्ध में जा रहे हो क्या? ये भी सवाल है। All of us are warriors in the streets and bus stations in Ludhiana and in all the streets, ਅੰਮ੍ਰਿਤਸਰ। ਤੁਸੀਂ ਕਿਹੜਾ ਯੁੱਧ ਲੜ ਰਹੇ ਹੋ ਕਿ ਤੁਹਾਨੂੰ ਹੁਣ ਇਹਦੀ ਲੋੜ ਹੈ ਕਿ ਜੀ ਸਾਨੂੰ ਤੇ ਬਹੁਤ ਲੋੜ ਹੈ, ਅਸੀਂ 5 ਗ੍ਰਾਮ ਅਸੀਂ ਲੈਣੀ ਹੈ ਤੇ ਫਿਰ ਅਸੀਂ ਨਿਕਲਣਾ ਹੈ ਬਾਹਰ। पर्पसली कोई बात होती है वो सही होती है बात। विदाउट पर्पस नशे में रहना है, मैं तो एडवाइस करूँगा पॉलिटिकल अपने सम्माननीय पॉलिटिकल लोगों को भी कि इस तरह का नैरेटिव सेट ना करो। अभी पंजाब को बचाने की आवश्यकता है। और मेरा तो ये भी आग्रह, दोबारा फिर कह रहा हूँ मैं, हमारे धर्म गुरुओं को बिल्कुल बाहर आना चाहिए। तुसी पहली अपनी इंट्रोड्यूस किया थी धर्म गुरुओं की गल। और आज उस वक्त मुझे लगता है, देखिए इतना शोर शराबा नहीं था। एक आध कोई MP ये बताता होता था कि पटियाला में इसको वैध कर दो, ओपीएम उगा दो। धर्मवीर गांधी कहते थे, मेंबर पार्लियामेंट ने, ऑनरेबल धर्मवीर गांधी जी ये बात करते रहे हैं। जी वो डॉक्टर भी ने, प्रैक्टिसिंग डॉक्टर ने, इज अ प्रैक्टिसिंग डॉक्टर। तो ये मस्ट नो, क्योंकि इसको हम लोग, अगर हम इसको हम ओपन कर देंगे तो उसके बाद क्या होने वाला है?
बड़ा आसान होता है सर पॉपुलरली बात करना, पॉपुलर स्टाइल में बात करना सर, लेकिन हु विल बी रिस्पॉन्सिबल फॉर दी फॉल आउट? ਇਹਦੇ ਜਿਹੜੇ ਗਲਤ ਇੰਪੈਕਟ ਹੋਣੇ ਆ ਸਮਾਜ ਦੇ ਵਿੱਚ, ਉਹਦਾ ਕੌਣ ਜ਼ਿੰਮੇਵਾਰ ਹੈ? ਤੁਸੀਂ ਲੋਗੇ ਗਰੰਟੀ? ਮੈਂ ਕਹਿੰਦਾ ਜਿੰਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਜਿੰਨੇ ਵੀ ਸਾਡੇ ਨੇਤਰਤਵ, ਸਨਮਾਨੀ ਨੇਤਰਤਵ ਜਿਹੜੀ ਗੱਲ ਕਰ ਰਹੇ, ਨਾਲ ਹੀ ਨਾਲ ਐਫੀਡੇਵਿਟ ਵੀ ਦੇਣ ਕਿ ਇਹਦਾ ਕੋਈ ਬੁਰਾ ਅਸਰ ਸਮਾਜ ਦੇ ਵਿੱਚ ਨਹੀਂ ਪਏਗਾ। ਅਗਰ ਪੜਤਾ ਹੈ ਤਾਂ ਮੈਨੂੰ ਲਾਇਓ। हाँ, फिर मैंने फाड़ लो, देन आई विल बी देयर। ऐसे नहीं चलेगा। ऐसे कैसे बचाओगे आप इस देश को, बताइए? और पाकिस्तान तो देख ही रहा है कि ये कब ये नशे में डूबे हैं, डुबा दिया उन्होंने, इनका तो मैंडेट है। ਥੋੜ੍ਹਾ ਜਿਹਾ ਮੈਂ ਤੁਹਾਡਾ ਹਿਮਾਚਲ ਦਾ ਰੈਫਰੈਂਸ ਮੈਂ ਲੈਣਾ ਚਾਹਾਂਗਾ, ਮੈਂ ਪਾਕਿਸਤਾਨ ਤੇ ਵੀ ਆਵਾਂਗਾ। ਹਿਮਾਚਲ ਦੇ ਵਿੱਚ ਓਪੀ ਸ਼ਰਮਾ ਜੀ ਨੇ ਨਾ ਚਰਸ ਦੇ ਖਿਲਾਫ ਬਹੁਤ ਕੰਮ ਕੀਤਾ, ਇਹਨਾਂ ਦੇ ਓਪੀਐਮ ਦੇ ਖਿਲਾਫ ਵੀ ਕੰਮ ਕੀਤਾ। ਥੋੜਾ ਦੱਸੋ ਹਿਮਾਚਲ ਦਾ ਕੀ, ਕਿਉਂਕਿ ਉਹ ਤਾਂ ਚਰਸ ਨੂੰ ਸਾਈਕੋਟ੍ਰੋਪਿਕ ਲਿਆ ਜਾਂਦਾ ਹੈ ਨਾ, ਚਰਸ ਹੋ ਗਿਆ, ਗਾਂਜਾ ਹੋ ਗਿਆ। नहीं, these are hard narcotic drugs, ਓਕੇ, ਹਾਰਟ ਆ ਜਾਂਦੇ ਨੇ, opium also and charas also। ਓਕੇ। ਸੋ ਲੇਕਿਨ ਇਹਨਾਂ ਦੇ ਨਸ਼ਿਆਂ ਦਾ ਉੱਥੇ ਕਿਵੇਂ ਦਾ ਰਿਹਾ, ਵਾਟ ਹੈਜ਼ ਬੀਨ ਦਾ, ਕਿਉਂਕਿ ਉਹ ਤਾਂ ਇੰਨੇ ਚਿੱਟਾ ਨਹੀਂ ਮੰਨਿਆ ਜਾਂਦਾ ਉਹਨੂੰ, ਅਸੀਂ ਹੈਰੋਇਨ ਨਹੀਂ ਮੰਨਦੇ, ਬਟ ਚਰਸ ਦੀ ਖੇਤੀ ਹੋਣਾ ਹਿਮਾਚਲ ਦੇ ਵਿੱਚ, ਜਿਹਨੂੰ ਤੁਸੀਂ ਡਿਸਟਰੋਏ ਕਰ ਰਹੇ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ, ਕਰਦੇ ਰਹੇ, ਲੰਬਾ ਚੌੜਾ ਕਰਦੇ ਰਹੇ, ਉਹਦਾ ਕੀ ਅਸਰ ਹੋਏ? ਉਹਦਾ ਅਸਰ ਵੈਸੇ ਸਮਾਜ ਤੇ ਕਮਿਊਨਿਟੀ ਤੇ ਕੀ ਸੀ? ਹੁਣ ਤਾਂ ਹਿਮਾਚਲ ਚਰਸ ਟੂ ਚਿੱਟੇ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਤੁਸੀਂ ਗ੍ਰੈਜੂਏਟ ਕਰ ਗਿਆ, ਤੇ ਉਹੀ ਤੇ ਮੈਂ ਕਹਿੰਦਾ ਨਾ ਜੀ, ਇੱਥੇ ਤੁਸੀਂ ਓਪੀਅਮ ਲਿਆ ਦਿਓਗੇ, ਚਲੋ ਮੰਨਿਆ ਤੁਸੀਂ ਲਿਆ ਦਿੱਤੀ, ਵੇਅਰ ਇਜ਼ ਦੀ ਗਾਰੰਟੀ दैट यू विल द न्यू कमर्स फॉर एग्जांपल, क्योंकि जो हेरोइन वाला है, जो चिट्टे वाला है, वो ओपीएम की तरफ नहीं जाने वाला, ये भूल जाए उसको। से क्या आप बताइए, उसकी बॉडी चिट्टा ढूंढ रही है, आप उसको ओपीएम देके मना लोगे उसको, वो कुछ भी करेगा, ठीक है? तो ऐसे ही हिमाचल चरस से चिट्टा की तरफ ग्रेजुएट किया गया। 2003 में नारकोटिक्स कंट्रोल ब्यूरो ने पहला ऑपरेशन चुहार घाटी में किया था, एंड 13 ग्राम पंचायत वर टोटली इन्वॉल्व इन दिस। और उसमें भी पॉलिटिकल आदमी उसमें, हम बाद में हमें ये पता चलता है कि उसका जो मास्टरमाइंड था बेसिकली वो मंडी जिला का कोई पॉलिटिकल आदमी है, अभी भी है, मतलब अभी भी है ना? वही लोगों को ये कहता होता था कि जब तक मैं हूँ तब तक यहाँ पुलिस नहीं आ सकती है। एंड व्हेन आई रेडेड दोज विलेजेस, जब हम गए यहाँ चरस थे, नो ओपीएम, द फर्स्ट एवर ऑपरेशन वाज द एंटी ओपीएम चौहार घाटी में। गरीब लोग, उन गरीब लोगों को, उनको सड़कें नहीं थी, कोई फैसिलिटीज नहीं थी, उनको इसी काम में लगा रखा था, बताओ, ठीक है ना? और ये नैरेटिव था। एक बहुत बुजुर्ग आदमी, अभी भी हमारे पास सीडी है, रखी है हमने रिकॉर्ड कर, डोडे भी, ही नेम्ड समवन, कि उन्होंने ये कहा कि जब तक मैं हूं तब तक पुलिस नहीं आ सकती है। एंड टू योर सरप्राइज मैं आपको बता दूं, जब हमने चिट्ठी लिखी ना वहां पे डिस्ट्रिक्ट में, दैट एनसीबी टीम हैज अराइव्ड, वी नीड प्रोटेक्शन फ्रॉम द लोकल पुलिस एंड वी वांट टू डू अ जॉइंट ऑपरेशन विद द स्टेट पुलिस। तो पहले इनकार हो गई थी। देन आई सेड आई एम गोइंग बिकॉज आई डोंट स्टॉप, आई एम गोइंग विद माई टीम, tomorrow if something happens with the NCB team you will be held responsible. Then they came, sir. उन्होंने अपने से नहीं किया इनकार, ये पॉलिटिकल मास्टर्स ने डिक्टेट किया होगा कि कुछ भी करो। सिमिलरली मलाना ऑपरेशन जब मैंने किया था, आपको याद है 10 लाख रुपए की मैं अपनी पर्सनल इंश्योरेंस करके गया था। युद्ध ऐसे नहीं लड़े जाते, अपने पैसे पे गया था, मेरे परिवार में किसी को पता नहीं था क्या हो रहा है क्या नहीं हो रहा। एंड आई वेंट टू गैदर इंटेलिजेंस। कितना माफिया में फॉरेन माफिया था, ठीक है ना, गलीनों तक बात चली गई, कई लोग भगा दिए यहाँ पे लोगों ने, है ना, सिस्टम ऐसे बने हुए थे। तो वहाँ गए हम, वो ऑपरेशन हुए। तो जब ऑपरेशन में हम लोग जा रहे थे, जरी से हमारी फोर्स जा रही थी, पुलिस की फोर्स जा रही थी, मैं बता रहा हूँ कि सीएम कार्यालय से किसी व्यक्ति ने फ़ोन किया टू हाई लेवल सीनियर पुलिस ऑफिसर, कुछ भी करो, एनसीबी को हटाओ, एनसीबी से सुरक्षा हटाओ, उनकी अपनी टीम नहीं जानी चाहिए। मैं डर गया, मैं क्या कितने आग गुगना लगा दें, कितने और पासे थे उधर ना डाइवर्ट ना हो जाए कितने फोर्स, यार हद होगी। बट देन आई वॉज एश्योर्ड बाय द ऑफिसर, ही सेड कोई बात ही नहीं ओपी, विल डू, यू जस्ट गो, है ना। आई एम नॉट लिसनिंग टू देम। मैं जानता हूँ उन लोगों को, अभी भी जिंदा है वो लोग जिन्होंने सब ये कारनामे किए हैं, हमने किया। तो पॉलिटिकल मास्टर्स का पॉजिटिव होना नशे के खिलाफ बहुत इंपॉर्टेंट है।
दैट इज़ वाई आई लेफ्ट माई जॉब। मुझे मालूम है कि इसका सोल्यूशन राज दरबार से ही होगा, अन्यथा नहीं होगा। और अगर आपके राज दरबार को चलाने वाले यदि सरेंडर करके कहेंगे कि अफीम खाओ, तो वाहेगुरु जी बचाएंगे, बस इससे आगे कुछ नहीं कह सकते। ਬੜਾ ਵੱਡਾ ਨੈਰੇਟਿਵ ਜਰਕ ਦਿੱਤਾ ਅੱਜ, ਐਂਡ ਰਾਈਟਲੀ ਸੋ, ਬਿਕੋਜ਼ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਲੜਾਈ ਯੁੱਧ ਨਸ਼ਿਆਂ ਵਿਰੁੱਧ ਕੀ ਹੈ। ਬਹੁਤ ਸੇ ਲੋਕਾਂ ਨੇ ਹਰ ਕਿਸਮ ਦੇ ਤਰਕ ਦਿੱਤੇ ਨੇ, ਲੇਕਿਨ ਇਟ ਟੈਂਟ ਅਮਾਊਂਟਸ ਟੂ ਓਨਲੀ ਸਰੈਂਡਰ, ਵੀ ਅਸੀਂ ਹਥਿਆਰ ਸਿੱਟਦੇ ਨੇ। ਓਪੀ ਜੀ, ਇਹ ਜਿਹੜਾ ਪੂਰਾ ਦਾ ਪੂਰਾ, ਹੁਣ ਆਪਾਂ ਥੋੜ੍ਹਾ ਜਿਹਾ ਰੀਜਨਲ ਲੈਵਲ 'ਤੇ ਆ ਜਾਈਏ, ਕਿਉਂਕਿ ਇਹ ਪੰਜਾਬ ਦੀ ਪ੍ਰੋਬਲਮ ਹੈ, ਹਰਿਆਣਾ ਦੀ ਪ੍ਰੋਬਲਮ ਹੈ, ਹਿਮਾਚਲ ਦੀ ਪ੍ਰੋਬਲਮ ਹੈ। ਅਸੀਂ ਕਿਹਾ ਵੀ ਪੋਲਿਸੀ ਨਹੀਂ ਹੈ, ਅਸੀਂ ਕਿਹਾ ਵੀ ਸਰਕਾਰਾਂ ਦੀ ਨੀਅਤ ਨਹੀਂ ਹੈ, ਲੇਕਿਨ ਇੱਕ ਬਹੁਤ ਵੱਡਾ ਆਰਗੇਨਾਈਜ਼ਡ ਮਾਫੀਆ, ਤੁਸੀਂ ਵੀ ਮੈਨੂੰ ਯਾਦ ਹੈ ਲਾਸਟ ਆਪਣੀ ਸ਼ਾਇਦ ਗੱਲਬਾਤ ਜਾਂ ਲਾਸਟ 'ਚ ਕਿਹਾ ਸੀ ਕਿ ਜਿਹੜਾ ਮਾਫੀਆ ਹੈ ਉਹ ਤਾਂ ਬਹੁਤ ਆਰਗੇਨਾਈਜ਼ਡ ਵੀ ਹੈ ਅਤੇ ਉਹਦੀ ਕੋਈ ਲਿਮਿਟ ਵੀ ਨਹੀਂ ਹੈ। ਲੇਕਿਨ ਸਾਡੇ ਇੱਥੇ ਸਟੇਟਸ ਹੈਗੀਆਂ ਨੇ, ਡਿਸਟ੍ਰਿਕਟਸ ਹੈਗੇ ਨੇ, ਸੋ ਉਹ ਜਿਹੜਾ ਤਾਲਮੇਲ ਹੈ, ਆਪਸ ਦਾ ਕੋਆਰਡੀਨੇਸ਼ਨ ਹੈ, ਉਹ ਇਟਸ ਆਲਵੇਜ਼ ਮਿਸਿੰਗ ਵੈਨ ਇਟ ਕਮਸ ਟੂ ਲਾਅ ਇਨਫੋਰਸਮੈਂਟ। ਅਤੇ ਪੋਲਿਸੀ ਵੀ ਮਿਸਿੰਗ ਹੈ, ਪੋਲਿਸੀ ਦਾ ਪੈਰਾਲਿਸਿਸ ਕਹਿ ਲਈਏ, ਕੋਆਰਡੀਨੇਸ਼ਨ ਵੀ ਮਿਸਿੰਗ ਹੈ। ਰੀਜਨਲ ਲੈਵਲ ਦੇ ਉੱਤੇ ਕਈ ਸਾਲ ਹੋ ਚੁੱਕੇ ਉਸ ਲੈਵਲ ਦੀ ਜਿਹੜੀ ਇੱਕ ਇੰਟਰਸਟੇਟ ਕਾਉਂਸਲ ਦੀ ਮੀਟਿੰਗਾਂ ਹੁੰਦੀਆਂ ਨੇ ਜਾਂ ਉਸ ਲੈਵਲ ਦੀ ਕੋਆਰਡੀਨੇਸ਼ਨ ਸੀ, ਬਿਲਕੁਲ ਸ਼ੁਰੂ ਕੀਤਾ, ਲੇਕਿਨ ਉਹ ਸਾਡਾ ਹੀ ਵਿਜ਼ਨ ਸੀ, ਮੇਰਾ ਹੀ ਵਿਜ਼ਨ ਸੀ ਜਿਹੜਾ ਮੈਂ ਹਿਮਾਚਲ 'ਚ ਦਿੱਤਾ ਸੀ, ਵਿਚ ਮੀਨਸ ਕਿ ਅਸੀਂ ਇੱਕ ਫ੍ਰੀ ਪਲੇ ਫੀਲਡ ਦੇਤਾ narcotics smugglers to play it around, right? We are not talking to each other. Himachal is not talking to Punjab, Punjab is not talking to Haryana, Haryana is not talking to Delhi, we are not talking to Rajasthan, we are not talking to J&K, Uttarakhand. We are doing it in isolation. Isolated efforts can never reveal results, good results, positive results. देखिए एक मैं आपको बताता हूँ इसमें, सर हमने पॉलिसी और उसकी बात हम कर रहे हैं, प्रिवेंशन ऑफ इलिसिट ट्रैफिक in narcotic drugs and psychotropic substances act 1988, PIT and DPS, PIT and DPS act कब हुआ पास? 1988 में। पंजाब ने कब करा इसको? 2020 में। और जब हमने नशा निवारण बोर्ड बनाया हिमाचल प्रदेश के अंदर, तो मैं उसको एज अ प्रोमिनेंट वड्डा एजेंडा लैके गया, है ना, लैके गए। फिर उत्थे जाके वो पास होया, फिर जाके पिट एंड DPS एक्ट जिहड़ा असी उहदे रूल्स वगैरह उहदी डिटेनिंग अथॉरिटी असी नोटिफाई कीती है। और उस तो बाद फिर जिहड़ी वर्तमान कांग्रेस सरकार है उन्होंने, क्योंकि विच फिर इलैक्शन का रौला पै गया, वर्तमान सरकार ने फिर वो एडवाइजरी बोर्ड अंडर द चेयरमैनशिप ऑफ ऑनरेबल हाई कोर्ट जज, सिटिंग हाई कोर्ट जज, है ना, वो बनाया। ठीक, जिसमें 40 साल हो गए, 30 साल लग गए सानू, 40 ईयर्स। और पिट एंड DPS एक्ट 1988 इज वेरी क्लियर कि जो आदमी इसमें है इन्वॉल्व, जो इसको सपोर्ट कर रहा है, इसको फाइनेंस कर रहा है, वेदर रिकवरी इज देयर और नॉट, नशे नू, या हैबिचुअल ऑफेंडर है, ठीक है, उसको डिटेन कर लो, यू मेक अ रिपोर्ट, है ना, यू सेंड इट टू द डिटेनिंग अथॉरिटी, हम भेजे ने, दे विल सबमिट इट टू द एडवाइजरी बोर्ड विल डू इट एंड यू जस्ट डिटेन them. Why? You will disrupt the supply chain. All of a sudden you will disrupt the supply chain, and once that big supply chain is disrupted, ਇਹਦੇ ਬਹੁਤ ਅੱਛੇ ਰਿਜ਼ਲਟਸ ਆਉਂਦੇ। PIT and DPS ਨਾ ਪੰਜਾਬ ਨੇ ਵੀ ਇੱਥੇ ਕਈ ਮੈਂ ਦੇਖੇ ਵੱਡੇ ਜਿਹੜੇ ਗੈਂਗਸਟਰ ਕਹਿ ਲਓ ਜਾਂ ਸਮਗਲਰ ਟਰਨਡ ਗੈਂਗਸਟਰ, ਵੀਦਰ ਵੇ, ਉਹਨਾਂ ਨੂੰ PIT and DPS ਐਕਟ ਤਹਿਤ ਭੇਜਿਆ, ਲੇਕਿਨ ਸਪਲਾਈ ਚੇਨ ਨਹੀਂ ਟੁੱਟੀ, डिस्ट्रीब्यूशन नहीं हुई है चेन, थिंग्स हैव नॉट बीन दैट गुड। एक्सपैक्टेशन सी कि डिब्रूगढ़ या असम ਦੇ ਵਿੱਚ ਤੁਸੀਂ ਕਿਸ ਨੂੰ ਡਿਟੇਨ ਕਰ ਲੈਂਦੇ ਹੋ ਤਾਂ ਫਿਰ ਉਹਦਾ ਪੂਰਾ ਦਾ ਪੂਰਾ ਜਿਹੜਾ ਇੱਕ ਸਿਸਟਮ ਟੁੱਟਣਾ ਚਾਹੀਦਾ ਸੀ, ਵਿਚ ਨੈਵਰ ਗॉट। ਨਹੀਂ, दैट्स व्हाट आई अंडरस्टैंड। ਇੱਥੇ ਐਨਾਲਿਸਿਸ ਕਰਨਾ ਬੜਾ ਜ਼ਰੂਰੀ ਹੈ ਨਾ। For the sake of implementing PIT and DPS Act will not reveal any results, positive results, substantial, effective positive result ਨਹੀਂ ਆਣਗੇ। ਤੁਹਾਨੂੰ ਉੱਤੇ ਤੇ ਤੁਹਾਡੀਆਂ ਸਪੈਸ਼ਲ ਟੀਮਾਂ ਬੈਠਣਗੀਆਂ, ਐਨਾਲਿਸਿਸ ਕਰਨਗੀਆਂ ਕਿ ਕਿੰਨੀ ਵੱਡੀ ਚੇਨ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ 10 ਬੰਦੇ ਆ, 15 ਹੈਗੇ ਆ, 20 ਪੁਆਇੰਟਸ ਹੈਗੇ ਆ, ਜਿਹੜੇ ਸਪਲਾਈ ਪੁਆਇੰਟਸ ਹੈਗੇ ਆ, ਜਿਹੜੇ ਹੈ ਨਾ, ਜੀਓਗ੍ਰਾਫਿਕਲੀ ਆਲਸੋ ਐਂਡ ਅਦਰਵਾਈਜ਼ ਆਲਸੋ, ਹੈ ਨਾ। ਅਤੇ ਤੁਸੀਂ ਕਿਹਨੂੰ ਤੁਸੀਂ ਡਿਟੇਨ ਕਰਨਾ, ਫਿਰ ਉਹ ਤੁਸੀਂ ਆਪਟ ਕਰੋਗੇ, ਰਿਪੋਰਟ ਬਣਾਓਗੇ, ਪ੍ਰੋਪਰ ਰਿਪੋਰਟ ਬਣਾਓਗੇ, ਐਂਡ ਦੈਨ ਯੂ ਵਿਲ ਫੋਲੋ ਅਪ ਆਲਸੋ ਨਾ। ਤੁਸੀਂ ਇੱਕ ਬੰਦਾ ਫੜ ਲਿਆ ਕਿ ਹਾਂਜੀ ਅਸੀਂ PIT and DPS ਐਕਟ, ਆਹ ਬੰਦਾ ਫੜ ਲਿਆ, ਅਸੀਂ ਇਹਦੇ बुलडोजर करते, बुलडोज पता लग गया उन्होंने अपना कोई प्रॉक्सी खड़ा करके काम चाहता, वो उसके लिए इट्स नॉट डिफिकल्ट। और मैं आपकी ओरिजिनल बात पे जिस पे हम चर्चा कर रहे थे, माफिया हमारी तरह शोर मचा कर क्या काम करता है? क्या वो ये कहता है कि हमने आजकल युद्ध चला रखा, लोगों को हमने नशे में डालना है?
ਆਪਾਂ ਪੰਜਾਬ ਨੂੰ ਨਿਪਟਾ ਦੇਣਾ ਹੈ, ਆਪਾਂ ਹਿਮਾਚਲ ਨੂੰ ਨਿਪਟਾ ਦੇਣਾ ਹੈ, ਠੀਕ ਹੈ ਜੀ। ਡੂ ਦੇ ਸਪੀਕ ਆਊਟ? वेयर इज व्हाट वी डू? ढोल बजाओ। वॉकथॉन हिमाचल प्रदेश में 10,000 बच्चे इकट्ठे करके बोला नशा नहीं करना है, ठीक है। पूरी पुलिस फोर्स इकट्ठी करके उत्थे ला देंगे। मैनू लगता सारी स्मगलिंग उसी दिन होती है, बिकॉज एवरीबडी फ्रॉम थाना टू SSP ऑफिस इज विदड्रॉन टू दैट पर्टिकुलर, इंक्लूडिंग द DGP एंड ऑल, टू अ पर्टिकुलर प्लेग्राउंड जिते बच्चे ਉੱਥੇ म्यूजिक ਚੱਲ ਰਿਹਾ, ਉੱਥੇ ਡਾਂਸ ਹੋ ਰਿਹਾ। ਪੰਜਾਬ 'ਚ ਇਹ ਕੁਝ ਹੁੰਦਾ ਰਿਹਾ, ਬਹੁਤ ਵੱਡੇ ਇਹ ਸਭ ਹੁੰਦਾ ਰਿਹਾ। ਚੀਫ ਮਿਨਿਸਟਰੀ ਪਹੁੰਚੇ ਹੁੰਦੇ ਨੇ, ਨਹੀਂ ਉੱਥੇ ਵੀ ਪਹੁੰਚ ਰਹੇ, ਥੋੜਾ ਤਮਾਸ਼ਾ ਹੁੰਦਾ ਪ੍ਰੋਟੋਕਾਲ, ਉੱਥੇ ਵੀ ਚੀਫ ਮਿਨਿਸਟਰ ਹੋ ਰਹੀ, ਉੱਥੇ ਹੀ ਹੁੰਦੇ ਆ। ਔਰ ਇਹ ਜਿਹੜੀ ਇੰਪਲੀਮੈਂਟੇਸ਼ਨ ਗਾਈਡਲਾइन मेरी लिखी हुई है कि ऑनरेबल चीफ मिनिस्टर विल चेयर वन स्टेट लेवल फंक्शन, जिसमें कौन होंगे? बच्चे नहीं होंगे, उसमें वो स्टेक होल्डर्स होंगे, वो कम्युनिटी लीडर्स होंगे, वो NGOs होंगी। उनको जागृत करना है, उनको वो सेंसिटाइज करेंगे, वो टास्किंग करेंगे, आपको ये करना है और ये मैं बता रहा हूँ, ये दिस इज एक्शन प्लान, नाउ यू हैव टू डू इट। मुख्यमंत्री महोदय उस लेवल पे काम करेंगे। यहाँ मुख्यमंत्री महोदय ने बोला अच्छा ये ठीक है, इससे तो मैं पॉपुलर हो सकता हूँ। अभी 16 साल का बच्चा है, अच्छा कितने हज़ार, इतने हज़ार, अच्छा जब तक 27 में चुनाव आएगा ये मेरा वोटर हो जाएगा, बनाओ जर्सी में मेरी फ़ोटो लगाओ, ठीक है, बांटो सबको, एंड बोला दिस इज व्हाट वी आर डूइंग अवेयरनेस। और वो सभी लोग ताली बजा रहे हैं, इससे बढ़िया काम तो कोई हो ही नहीं सकता। हमने बोला क्या बात है। 4 दिन पहले सरकाघाट में एक बच्ची अपने घर से आ रही थी, कॉलेज जा रही थी, सुबह का समय, एक चरस का एडिक्ट आया और उसने दराट, आप जानते हो सिकल, दराट से उसकी गर्दन काट दी। पूरा प्रदेश इस वक्त त्राही मची हुई है, पूरे हिमाचल प्रदेश के अंदर। जो मैंने कहा कि आप सर्वे कीजिए, आप रिसर्च कीजिए, आपकी आइडेंटिफाई कीजिए वेयर आर दीज बॉयज़ और गर्ल्स और इवन हाँ कौन है ये, जितने भी मनोरोगी उनको आइडेंटिफाई करो, ताकि और फिर ये प्रचार प्रसार करो कि इस इलाके में भाई ये हैं, ठीक, अब हम इनका उपचार कर रहे हैं, हम इनको रिफॉर्म कर रहे हैं, बट बीवेयर, लुक आफ्टर योर चिल्ड्रन वेल, लुक आफ्टर योर सेल्फ, बिकॉज ये साइकेट्रिक प्रॉब्लम से गुजर रहे हैं, ये दे कैन डू एनीथिंग। दो ही चीज़ें कर सकते हैं, या तो सुसाइड करेगा कोई या किसी को मारेगा। ਇਨਫੈਕਟ ਕ੍ਰਾਈਮ ਦੇ ਵਿੱਚ ਬੜਾ ਵੱਡਾ ਰੋਲ ਹੈਗਾ। ਨਸ਼ਾ ਕਰਾ ਕੇ ਇੱਥੇ ਕੁਝ ਕਰਾ ਰਹੇ ਨੇ, ਇੱਥੇ ਪੁਲਿਸ ਚੌਕੀ 'ਚ ਵੜ ਕੇ 2 ਪੁਲਿਸ ਵਾਲੇ ਮਾਰਤੇ, ਇੱਕ ਮੁੰਡਾ ਚਿੱਟੇ ਦਾ ਡੱਕਿਆ ਹੋਇਆ ਸੀਗਾ, ਹੀ ਵਾਸ ਹਾਈ ਔਨ ਹੈਰੋਇਨ, ਇੱਕ ਨੇ ਕਹਿੰਦੇ ਸ਼ਰਾਬ ਜਾਂ ਸ਼ਾਇਦ ਉਹਨੇ ਵੀ ਹੈਰੋਇਨ ਲਈ ਹੋਈ ਸੀ, ਸੋ ਬੋਥ ਆਫ देम वर हाई। टेररिज्म की जो डायमेंशन है सबसे बड़ी यही है, नार्को टेररिज्म की। दे आर हेविली ड्रग्ड, दे आर सेंट, दे आर पम्प्ड इनटू इंडिया एंड देन दे डू शूट आउट्स। सिंपल बात है, उनको समझ थोड़ी नहीं आती, टर चला देनी उन्होंने गोली, जिन्ने मार गए, फिर उन्होंने कोई फर्क नहीं पैंदा, फिर वो पुलिस उन्होंने ਆਪਾਂ ਉਹਨੂੰ ਫੜ ਕੇ ਫਿਰ ਉੱਥੇ ਅਦਾਲਤ ਦੇ ਗੇੜੇ ਆਪਾਂ ਲਾਈ ਜਾਂਦੇ ਆ, ਫਿਰ ਹੋਰ ਕੀ ਹੁੰਦਾ ਹੈ। ਹੋ ਰਿਹਾ ਐਕਚੁਅਲ ਯਹੀ ਹੋ ਰਿਹਾ ਹੈ, ਕ੍ਰਾਈਮ ਇੰਨਾ ਹੋ ਰਿਹਾ ਨੇ, ਮਰਡਰ ਹੋ ਰਹੇ ਨੇ, ਆਲ ਆਫ them ਆਰ ਡਰੱਗੀਜ਼, ਇਹ ਹੈਗੇ ਨੇ, ਐਡਿਕਟਸ ਹੁੰਦੇ ਨੇ, ਤਿਆਰ ਕਰਾ ਕੇ ਡੱਕ ਕੇ ਭੇਜ ਦਿੰਦੇ ਨੇ ਤੇ ਉਹ ਬਸ ਚਲਾ ਕੇ ਮਰ ਗਿਆ, ਨਹੀਂ ਤਾਂ ਆ ਸਰਕਾਘਾਟ ਵਾਲਾ ਜਿਹੜਾ ਮੈਂ ਤੁਹਾਨੂੰ ਐਗਜ਼ਾਮਪਲ ਕੋਟ ਕੀਤਾ, ਜਿਹੜੀ ਹੁਣ ਇਸ ਵੇਲੇ ਤਫਤੀਸ਼ ਚੱਲੀ ਹੋਈ ਹੈ, ਉਹ ਦਰਾਟ ਆਪਣੇ ਕੋਲ ਹੀ ਰੱਖਦਾ ਹੁੰਦਾ ਸੀ। ਕਹਿੰਦੇ ਹੁਣ ਸਾਰੀਆਂ ਗੱਲਾਂ ਨਿਕਲ ਰਹੀਆਂ ਹੁਣ ਕਿ ਜਿਹਦੇ ਕੋਲ ਦਰਾਟ ਹੁੰਦਾ ਸੀ, ਤੁਸੀਂ ਖਬਰਦਾਰ ਨਹੀਂ ਸੀ, ਤੁਸੀਂ ਅਲਰਟ ਨਹੀਂ ਸੀ। वो दराट अपने को रखता है, वो गडरिया नहीं है, वो भेड़ पालक नहीं है, ठीक, वो किसान भी नहीं है, और वो बाज़ार में इधर उधर खुले दराट लेके घूम रहा है। एक किस्म का ये भी एक वेपन है, लेके घूम रहा है, और वो पुलिस को पता ही नहीं चला। कैसे चलेगा भाई पता? आपने कभी रिसर्च नहीं किया, आपने सर्वे नहीं किया, आपने पॉलिसी को कभी इंप्लीमेंट करने की जहमत नहीं उठाई, तो किसको क्या पता लगे। ये तो उस नशे की एडिक्शन की एक होर ही खतरनाक ਫਾਰਮ ਹੈ ਨਾ, ਇਹਦਾ ਉਹਦਾ ਅਗਲਾ ਬਹੁਤ ਹੀ ਐਡਵਾਂਸ ਸਟੇਜ ਹੈ, ਜਿੱਥੇ ਤੁਹਾਡੇ ਕੋਲ ਤੁਰਦੇ ਫਿਰਦੇ ਸਾਈਕੋਜ਼ ਕ੍ਰਿਮੀਨਲ ਬਣੇ ਘੁੰਮ ਰਹੇ ਨੇ, ਐਂਡ ਕ੍ਰਾਈਮ ਐਵੇਂ ਨਹੀਂ ਹੋ ਰਿਹਾ। ਇਹ ਚੀਜ਼ਾਂ ਨੂੰ ਕੋਈ ਡੈਪਥ 'ਚ ਨਹੀਂ ਜਾਂਦਾ ਵੀ ਕੋਈ ਘਟਨਾ ਹੋਈ ਉਹਦੇ ਪਿੱਛੇ ਕੋਈ ਕੇਸ ਹੁੰਦਾ ਜਿਹਨੂੰ ਡਿਸਕਸ ਕੀਤਾ ਜਾਂਦਾ ਹੈ, ਬਟ ਨਾਰਮਲੀ ਤੁਸੀਂ ਜਾ ਕੇ ਦੇਖੋ ਕੋਈ ਮਰਡਰ ਹੁੰਦਾ ਹੈ, ਕੋਈ ਸਨਸਨੀਖੇਜ਼ ਕੋਈ ਵਾਰਦਾਤ ਹੁੰਦੀ ਹੈ, ਉਹਦੇ 'ਚ ਇਸ ਤਰੀਕੇ ਦੇ ਲੋਕ ਨਸ਼ੇ ਦੇ ਡੱਕੇ ਹੋਏ ਮੁੰਡਿਆਂ ਨੂੰ ਅੱਗੇ ਲਾਇਆ ਜਾਂਦਾ ਐਂਡ ਹਾਈ ਕਰਕੇ ਵਾਰਦਾਤਾਂ ਕਰਵਾਈਆਂ ਜਾਂਦੀਆਂ। ਔਰ वो वी आर नॉट एबल टू क्रैक हिम टिल नाउ कि उसका क्या उद्देश्य था। उद्देश्य हो भी क्या सकता है? इफ ही इज साइकेट्रिकली अगर वो ठीक नहीं है तो फिर वो अपने कंट्रोल में नहीं है, सिंपल बात है। तो अगर जब ये सब चीज़ें हमारे सामने आ रही, तो अब ये जो मैंने फिर यही कहा हिमाचल में कि आप एंटी चिट्टा रैलियां कर रहे हो, वॉकथॉन कर रहे हो, अब एंटी चरस भी चलाइए।
जब हम आपको कहते हैं कि समग्रता से पॉलिसी को इम्प्लीमेंट कीजिए, क्योंकि इसमें आपको सारी हार्ड नार्कोटिक ड्रग जितनी भी हैं, जो भी आ रही हैं, चाहे वो LSD हो, चाहे वो कोकेन हो, चाहे वो हेरोइन हो, चिट्टा हो, चरस हो, अफीम हो, एवरीथिंग नीड्स टू बी कंट्रोल्ड एंड प्रिवेंटेड नाउ, हियर इज अ टाइम। लेकिन नहीं, नियत ना हो सर तो यही होगा। और मैं कहता हूँ कि अगले 5 साल तो मैं 5 साल पहले ही कहा था, मैंने यही सब चीज़ें बोली थी, 5 साल के अंदर घटित हो गई। अगले 5 साल में तो ना जाने क्या होगा सर, इफ़ दिस इज़ दी वर्किंग स्टाइल ऑफ आर ਰਿਸਪੌਂਸਿਬਲ ਪੀਪਲ। ਆਪਣੀ ਪਹਿਲੀ ਇੰਟਰਵਿਊ ਪੋਡਕਾਸਟ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਆਪਰੇਸ਼ਨ ਲੀਡ ਕੀਤੇ, ਜੋ ਪਹਿਲੇ ਕੁਝ ਆਪਰੇਸ਼ਨ ਅੰਮ੍ਰਿਤਸਰ ਦੇ ਵਿੱਚ ਤੁਸੀਂ ਗੁਰਦੁਆਰੇ ਗਏ, ਉੱਥੋਂ ਤੁਸੀਂ ਇੱਕ ਸਪਿਰਿਚੁਅਲ ਤਾਕਤ ਲਈ ਐਂਡ ਦੈਨ ਯੂ ਵੈਂਟ ਔਨ ਟੂ ਡੂ ਸਮ ਦ ਪ੍ਰੋਬੇਬਲੀ ਦ ਫਸਟ ਬਿਗ ਆਪਰੇਸ਼ਨ ਫॉर NCB ਜਿਹੜੇ ਵੱਡੇ ਕੀਤੇ। ਸੋ ਉਹ ਜਿਹੜਾ ਸਪਿਰਿਚੁਅਲਿਜ਼ਮ ਦਾ ਆਪਾਂ ਐਸਪੈਕਟ ਦੀ ਗੱਲ ਕੀਤੀ ਸੀ, ਮਤਲਬ ਠੀਕ ਹੈ ਪਾਲਿਸੀ ਪੈਰਾਲਿਸਿਸ ਹੈ, ਫਿਰ ਦਿਸ਼ਾ ਕਿਹੜੀ ਫੜੀ ਜਾਏ? ਕਿਉਂਕਿ ਹੁਣ ਮੈਨੂੰ ਲੱਗ ਰਿਹਾ ਵੀ ਜਿਹੜੇ ਲੋਕ ਗਵਰਨੈਂਸ ਦੇ ਵਿੱਚ ਨੇ, ਜੋ ਸਰਕਾਰਾਂ ਦੇ ਵਿੱਚ ਨੇ, ਤੁਸੀਂ ਪੋਲੀਟੀਕਲ ਲੀਡਰ ਦੀ ਗੱਲ ਕਰਦੇ ਹੋ, ਇੱਥੇ ਸਾਡੇ ਪੁਲਿਸ ਦੇ ਜਿਹੜੇ SSPs ਐਂਡ ਕਮਿਸ਼ਨਰ ਲੈਵਲ ਦੇ ਆਫਿਸਰਸ, ਉਹ ਖੁਦ ਸਭ ਤੋਂ ਅੱਗੇ ਉਸ ਜਿੰਗੋਇਜ਼ਮ ਦੇ ਵਿੱਚ ਪਾਰਟ ਹੈਗੇ ਨੇ, एनफोर्समेंट तो ज़्यादा ਉਹਨਾਂ ਨੂੰ ਜਾਣਾ ਪੈਂਦਾ ਹੈ। ਨਹੀਂ, ਉਹਨਾਂ ਨੂੰ ਜਾਣਾ ਪੈਂਦਾ ਕਿਉਂਕਿ ਪੋਲੀਟੀਕਲ ਮਾਸਟਰ ਅਗਰ ਚਾਹ ਰਿਹਾ ਤਾਂ ਉਹ ਕੀ ਕਰਨਗੇ? ਨਹੀਂ, ਪਰ ਫਿਰ ਵੀ ਚਲੋ ਉਹ ਚੀਜ਼ਾਂ ਵੀ ਨਾਲ ਚੱਲ ਸਕਦੀਆਂ ਨੇ। ਉਹ ਤਮਾਸ਼ਬੀਨੀ ਆਪਣੀ ਕਰ ਲਓ, दैट इज़ नॉट एन इशू, लेकिन तमाशबीनी ਦੇ ਨਾਲ एक्चुअल एक्शन तो होवे ना। हाँ, एट द सेम टाइम अपनी रिस्पॉन्सिबिलिटीज़ को तो बिल्कुल डिस्चार्ज उनको करना चाहिए बड़े अच्छे से, और कर भी रहे होंगे। मेरा कमेंट करना बिल्कुल ठीक नहीं, पर मैं इतना ज़रूर समझता हूँ कि गुरुओं की धरती है सर पंजाब, है ना, वहाँ हिमाचल देवतियाँ दी हमारी देवी देवताओं की धरती है। हमको अगर हमारी नहीं चल रही है ना, ये जो सरेंडर वाली परिस्थिति आ रही है, तो यार ये सारे के सारे ना, सारी पॉलिटिकल पार्टी के सारे लीडर जाएँ उत्थे, हरमंदर साहब में जा कर के माथा टेकें, वहाँ जाके उनसे पावर लें कि हमें शक्ति दो प्रभु, हम तो सरेंडर कर रहे हैं, पर इन्हें एक्सेप्ट करो कि तुसी अंडरस्टैंड कर रहे हो। ईगो के चक्कर में ना रहो, ईगो से कुछ नहीं मिलना है, कुछ नहीं होना है, नथिंग। मतलब इन्होंने ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਪਤਾ ਹੈ ਵੀ ਇਲਾਜ ਹੈ ਨਹੀਂ, ਲੇਕਿਨ ਇਹ ਸਿਰਫ ਲਿਪ ਸਰਵਿਸ दे रहे हैं, पॉपुलिस्ट लॉबी ਨੂੰ प्ले कर रहे हैं। सर अगर आपने पॉलिसी अभी तक नहीं बनाई अपने स्टेट के अंदर, अपने राज्य के अंदर जो वर्तमान परिस्थितियां हैं, यदि आपने अभी तक नहीं बनाई है तो इसका मतलब आप पॉपुलर मेजर्स ही अडॉप्ट करो। पॉलिसी की बनानी है ਇਹਦੇ ਬਾਰੇ ਤੁਸੀਂ ਪਿਛਲਾ ਇੰਟਰਵਿਊ ਸਾਡਾ ਸੁਣ ਸਕਦੇ ਹੋ, ਕਿਉਂਕਿ ਉਹਦੇ ਚ ਪਾਲਿਸੀ ਬਾਰੇ ਜ਼ਿਆਦਾ ਗੱਲਬਾਤ ਕੀਤੀ ਸੀ। ਅਸੀਂ ਉਹਨੂੰ ਜ਼ਿਆਦਾ ਦੁਹਰਾਉਣਾ ਨਹੀਂ ਚਾਹਾਂਗੇ, ਲੇਕਿਨ ਪਾਲਿਸੀ ਕਿਵੇਂ ਬਣਦੀ ਹੈ, ਕੀ ਹੋ ਸਕਦੀ ਹੈ, ਹਿਮਾਚਲ ਦਾ ਮਾਡਲ ਕੀ ਹੈ, ਉਹਦੀ ਗੱਲਬਾਤ ਸੀ। ਲੇਕਿਨ ਸਾਡੇ ਇੱਥੇ ਤਾਂ ਸਿਰਫ ਅੰਕੜਾਸਾਰ ਚੱਲਦਾ ਹੈ। ਨਹੀਂ, ਸਾਡੇ 60,000 NDPS ਐਕਟ ਦੇ ਪਰਚੇ ਦੇ ਦਿੱਤੇ, 40,000 ਪਰਚੇ, 60,000 ਨਸ਼ੇ ਦੇ ਤਸਕਰ ਛੋਟੇ ਵੱਡੇ ਜੇਲ੍ਹਾਂ 'ਚ ਡੱਕਤੇ। एवरीवेयर दिस इज द सेम। ਸਾਡੇ ਲਈ ਇਹ ਹੈ ਯੁੱਧ। ਸੇਮ ਪ੍ਰੈਕਟਿਸ। ਦੇਖੋ 2007 'ਚ ਆਪਾਂ NCB ਛੱਡਿਆ ਸੀ, ਆਪਣੇ ਡਿਪਾਰਟਮੈਂਟ ਚਲੇ ਗਏ ਸੀ ਅਸੀਂ। ਉਸ ਤੋਂ ਬਾਅਦ NCB ਦੇ ਵਿੱਚ NCB ਨੇ ਕੋਈ ਆਪਰੇਸ਼ਨ ਹਿਮਾਚਲ ਪ੍ਰਦੇਸ਼ 'ਚ ਨਹੀਂ ਕੀਤਾ, ਜਿੱਥੇ ਹਜ਼ਾਰਾਂ ਬਿਗਾ ਦੇ ਵਿੱਚ ਓਪੀਐਮ ਹੁੰਦੀ ਹੈ अवैध, और हज़ारों हेक्टेयर्स पे चरस होती है हजे भी। बिल्कुल। क्यों हमारी प्रायोरिटी चेंज होती है? किसी की प्रायोरिटी है, किसी की नहीं है। अफसर पे डिपेंड करता है। ऑलवेज यू विल फाइंड एक SSP किसी डिस्ट्रिक्ट में जाता है, वो क्या शानदार काम करके चले जाते हैं, दूसरा आता फ्लैट कर देता है, वहीं का वहीं पहुंचा देता है। जैसे इधर आए, हमारे जाने के बाद जो आए जोनल डायरेक्टर, वो कहाँ पकड़े गए थे आपको पता ही है। अब लेट अस नॉट मेंशन दैट स्टोरी। CBI ਨੇ ਫੜਿਆ ਸੀ ਜੀ। तो ये इस ਵਿਚ ਮੀਨਸ ਕਿ ਜਦੋਂ ਨੀਤੀ ਨਹੀਂ ਹੋਏਗੀ, ਤੁਹਾਡੇ ਕੋਈ ਕੰਸਿਸਟੈਂਸੀ ਨਹੀਂ ਹੋਏਗੀ ਪਾਲਿਸੀ ਦੇ ਵਿੱਚ, ਤਾਂ ਤੁਸੀਂ ਫਿਰ ਅਫਸਰਾਂ ਦੇ, ਚੰਗੇ ਅਫਸਰਾਂ ਦੇ ਰਹਿਮੋ ਕਰਮ ਤੇ, ਚੰਗੀ ਨੀਅਤ ਵਾਲੇ ਲੋਕਾਂ ਜਾਂ ਲੀਡਰਾਂ ਦੇ ਰਹਿਮੋ ਕਰਮ ਤੇ ਰਹਾਂਗੇ। ਜੇ ਕੋਈ ਚੰਗਾ ਮਿਲ ਗਿਆ ਤਾਂ ਠੀਕ ਹੈ, ਜੇ ਉਸ ਲੈਵਲ ਦੇ ਮੀਡੀਓਕਰ ਐਵਰੇਜ ਲੀਡਰ ਹੀ ਤੁਹਾਨੂੰ ਆਪਣੇ ਮਾਰਗਦਰਸ਼ਨ ਲਈ ਮਿਲੇ, ਤਾਂ ਫਿਰ ਜੋ ਹੋ ਰਿਹਾ ਹੈ ਉਹੀ ਹੋਣਾ ਹੈ, ਤੇ ਆਪਾਂ ਇੱਥੇ ਦੇਖ ਹੀ ਰਹੇ ਹਾਂ। कोई प्रोफेशनल जो ਤੁਹਾਡੇ ਕੋਲ गाइडलाइन नहीं हैगी है, जब आपके पास कोई ग्रंथ नहीं है, मतलब अब लेट अस ट्रीट पॉलिसी एज अ ग्रंथ, है ना, एज अ गीता, एज अ कुरान, है ना, या बाइबल, है ना, जितों ਤੁਸੀਂ ਆਪਣੇ ਲਈ ਉਹ ਸਾਮਰਥ्य ਲੈਣਾ ਹੈ, ਜਿੱਥੋਂ ਤੁਹਾਡੇ ਕੋਲ ਹੈ ਹੀ ਨਹੀਂ। ਤੇ ਫਿਰ ਤੁਹਾਨੂੰ ਗਾਈਡ ਕਰਨਗੇ ਕੌਣ? ਜਿਨ੍ਹਾਂ ਨੂੰ ਕੁਝ ਨਹੀਂ ਪਤਾ। NDPS ਐਕਟ ਤੇ ਇਹਦੀ ਡਾਇਮੈਂਸ਼ਨ ਦਾ ਕੋਈ ਪਤਾ ਨਹੀਂ।
ਇਹੀ ਗੱਲ ਇੱਥੇ ਹਿਮਾਚਲ ਪ੍ਰਦੇਸ਼ 'ਚ ਹੋਈ। ਇਹਨਾਂ ਨਸ਼ਾ ਨਿਵਾਰਣ ਬੋਰਡ ਕੰਸਟੀਟਿਊਟ ਕੀਤਾ, ਉਹਦੇ 'ਚ ਆਪਣੇ ਕਾਂਗਰਸ ਦੇ ਜਿਹੜੇ ਉੱਥੇ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਹੈੱਡ ਜਿਹੜਾ ਹੈ ਉਹਨੂੰ ਕਨਵੀਨਰ ਕਮ ਐਡਵਾਈਜ਼ਰ ਬਣਾਤਾ। ਪੰਜਾਬ 'ਚ ਕੀ ਹੋ ਰਿਹਾ? ਪੰਜਾਬ ਦੇ ਵਿੱਚ ਵੀ ਜਿਹੜੀਆਂ ਜ਼ਿਲ੍ਹੇ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਕਮੇਟੀਆਂ ਬਣੀਆਂ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਇਹਨਾਂ ਨੇ ਪਾਰਟੀ ਦੇ ਲੈਵਲ ਤੇ ਆਪਣੀ ਪਾਰਟੀ ਦੇ ਲੈਵਲ ਤੇ ਵਿੰਗ ਬਣਾਏ ਨੇ, ਪਾਰਟੀ ਲੈਵਲ ਦੇ ਯੂਨਿਟਸ ਬਣਾਤੇ ਗਏ ਨੇ ਵੀ ਇਹ ਸਾਡੀ ਪਾਰਟੀ ਲਈ, ਵਿਚ ਇਜ਼ ਅ ਰੂਲਿੰਗ ਪਾਰਟੀ, ਉਹਦੇ ਲਈ ਇਹ ਲੋਕ ਨਸ਼ੇ ਦੇ ਤਸਕਰਾਂ ਨੂੰ ਆਇਡੈਂਟੀਫਾਈ ਕਰਨ ਦਾ ਉਹ ਕੰਮ ਕਰਨਗੇ। ਸੋ ਆਪਣੇ ਇਲਾਕੇ 'ਚ ਨਸ਼ੇ ਨੂੰ ਰੋਕਣ ਦਾ ਕੰਮ ਕਰਨਗੇ, ਬਟ ਹੈਵੀਲੀ ਪੋਲੀਟੀਸਾਈਜ਼, ਜਿਵੇਂ ਤੁਸੀਂ ਹਿਮਾਚਲ ਦਾ ਰੈਫਰੈਂਸ ਦਿੱਤਾ। ਜਿਹਨੂੰ NDPS ਐਕਟ ਦੀ ABC ਨਹੀਂ ਪਤਾ, ਉਹ ਕੀ ਕੋਆਰਡੀਨੇਟ ਕਰੇਗਾ? ਤੁਸੀਂ ਸਮਝਦੇ ਹੋ ਕਿ ਇੱਕ ਇਨਵੈਸਟੀਗੇਟਿੰਗ ਅਫਸਰ ਜਿਹੜਾ ਉਹਦੀ ਗੱਲ ਮੰਨੇਗਾ? ਕਿਉਂ ਮੰਨੇਗਾ? ही हैज़ नथिंग टू गाइड हिम। डिस्ट्रिक्ट कोऑर्डिनेशन कमेटीज़ डिमांड रिडक्शन की जो है उसमें अच्छे अच्छे लोगों को लाना है, चाहे वो विपक्ष का क्यों ना हो, उसे लाइए। समाज का प्रॉब्लम है सर, इट इज़ नॉट अ पॉलिटिकल प्रॉब्लम, इट इज़ अ सोशल प्रॉब्लम, but it is a internal security problem at the same time. Therefore politicians have to be very vigilant, and they have to accept the professional people. ਇਹ ਜਿਹੜੀ ਸਪਿਰਿਟ ਤੁਸੀਂ ਕਹਿ ਰਹੇ ਹੋ ਨਾ, ਇਹ ਬੜਾ ਇੰਪੋਰਟੈਂਟ ਪੁਆਇੰਟ ਹੈ। ਮੈਂ ਦੁਬਾਰਾ ਇੱਥੇ ਆਵਾਂਗਾ ਵੀ ਜਿਹੜਾ ਪੋਲੀਟਿਸਾਈਜੇਸ਼ਨ ਹੋਇਆ ਹੈ, ਹਾਂਜੀ, ਵੀ ਤੁਸੀਂ ਨਸ਼ੇ ਨਿਵਾਰਨ ਦੇ ਨਾਂ ਦੇ ਉੱਤੇ ਕੋਈ ਮੋਨੀਟਰਿੰਗ ਕਮੇਟੀਆਂ ਬਣਾਤੀਆਂ ਪਿੰਡਾਂ ਦੇ ਲੈਵਲ ਤੇ, ਕੋਈ ਐਸੀ ਲਾਮਬੰਦੀ ਕਰਤੀ, ਲੇਕਿਨ ਉਹਨੂੰ ਪੋਲੀਟਿਸਾਈਜ਼ ਕਰਕੇ ਕੀਤਾ। ਉਹ ਕਾਗਜ਼ਾਂ ਵਿੱਚ ਬਣਾਤੀ ਨਾ ਜੀ, ਤੁਸੀਂ ਲੋਕਾਂ ਨੂੰ ਦੱਸਣ ਲਈ ਤੁਸੀਂ ਬਣਾ ਦਿੱਤੀ। ਕੋਆਰਡੀਨੇਸ਼ਨ ਉਹਨੇ ਕੁਝ ਨਹੀਂ ਕਰਨਾ। ਯਾਰ ਇਹਨੇ ਜੇ ਕੀਤਾ ਹੈ ਤੇ ਫਿਰ ਉਹਨਾਂ ਨੂੰ ਬੁਲਾਓ ਇੱਥੇ ਕਿ ਕਹਿਣਾ ਯਾਰ ਦੱਸੋ ਤੁਸੀਂ ਬੜਾ ਕੋਆਰਡੀਨੇਸ਼ਨ ਕੀਤਾ, ਕੀ ਕੋਆਰਡੀਨੇਸ਼ਨ ਕੀਤਾ, नतीजा की है नहीं, रिजल्ट्स क्या है? ये नहीं, ये इट्स अ हाईली प्रोफेशनल मैटर सर। इसमें अच्छे अधिकारी जो हैं जिन्होंने काम किया है, चाहे वो पूर्व में रहे हों, चाहे मतलब है ना, चाहे वो वर्तमान में काम कर रहे हों, दे शुड बी इन्वॉल्व नाउ। हाँ, और मैं फिर कहता हूँ मोटिवेशन आपको आपके धर्म से मिलेगी। सर मैं कह रहा हूँ ये बात, इसका एक ही सोल्यूशन मुझे अब नज़र आ रहा है, क्योंकि जब सरेंडर मैंने देख लिया, जब वॉरियर सरेंडर करने लग जाए सर, तो हमारी सुरक्षा का तो है ही क्या। फिर हमारी सुरक्षा, फिर हम क्या कहते हैं, हम वही साडा रखा है, वही बचाएगा, है ना। तो इट्स वेरी इंपॉर्टेंट दैट धर्म गुरुज, मेरा बहुत निवेदन है वो उतरे अब इस फील्ड में, वही बचा सकते हैं, क्योंकि उन्होंने कोल स्पिरिचुअल पावर है, उन्होंने कोल सब कुछ है, उन्होंने कोल ज्ञान भी है, नॉलेज भी है, दे कैन गाइड द स्पिरिट ऑफ पीपल, दे हैव दैट एबिलिटी, आई नो। ਪਰ ਉਹਨਾਂ ਨੂੰ ਵੀ ਕੋਈ ਅੱਗੇ ਲੈ ਕੇ ਤੁਰਨ ਵਾਲਾ ਨਹੀਂ ਨਾ। ਸਮਬਡੀ ਹੈਜ਼ ਟੂ, ਹਰ ਬੰਦਾ ਆਪਣੇ ਵੱਲੋਂ ਤਾਂ ਸਿਰਫ ਪ੍ਰਵਚਨ ਦੇ ਸਕਦਾ, ਕੁਝ ਚੰਗੀ ਗੱਲ ਕਹਿ ਸਕਦਾ, ਲੇਕਿਨ ਉਹ ਜੇ ਤਰੀਕੇ ਦੇ ਨਾਲ ਅੱਗੇ ਕੋਈ ਤੁਰਨ ਵਾਲਾ ਹੋਏਗਾ। ਤੇ ਸਰ ਹੁਣ ਗੱਲ ਸੁਣੋ, ਤੁਸੀਂ ਲੁਧਿਆਣਾ ਬੱਸ ਸਟੈਂਡ 'ਚ ਵੀ ਦੇਖ ਲਿਆ, ਤੁਸੀਂ ਇੱਥੇ ਵੀ ਦੇਖ ਲਿਆ। ਹੁਣ ਜੇ ਇਹ ਜਿਹੜੀ ਡਰੱਗ ਜਿਹੜੀ ਆ ਰਹੀ ਹੈ, ਜਿਹੜੀ ਚਿੱਟੇ ਤੋਂ 50 ਗੁਣਾ ਜ਼ਿਆਦਾ ਖਤਰਨਾਕ ਹੈ ਨਾ, ਦੁਨੀਆ 'ਚ ਅਮਰੀਕਾ 'ਚ ਇਹਨੇ ਪੂਰਾ ਬਰਬਾਦੀ ਕਰ ਦਿੱਤੀ ਹੋਈ ਹੈ, ਠੀਕ ਹੈ। ਕੈਨੇਡਾ ਦੇ ਵਿੱਚ, ਹਾਂਜੀ ਠੀਕ ਹੈ, ਫੈਂਟਨਲ ਜਿਹੜੀ ਹੈ। ਤੇ ਜੇ ਹੁਣ ਇਹ ਜੇ ਆ ਜਾਏਗੀ ਇੱਥੇ, आई गई है वैसे, इट हैज़ स्टार्टेड मैनीफेस्टिंग इट्स ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਰਹੇਗਾ ਦੱਸੋ ਮੈਨੂੰ? ਕੁਝ ਨਹੀਂ ਰਹੇਗਾ। ਆਉਣ ਵਾਲਾ ਸਮਾਂ ਹੋਰ ਖਤਰਨਾਕ ਘਾਤਕ ਹੈ, ਕਿਉਂਕਿ ਜੇ ਫੈਂਟਨਿਲ ਦਾ ਮਤਲਬ ਇਹ ਆ ਗਿਆ ਵੀ 85% 85% ਜਿਹੜੀ ਓਵਰਡੋਜ਼ ਦੇ ਕਾਰਨ ਮੌਤਾਂ ਹੁੰਦੀਆਂ ਨੇ, ਇਹ ਮੈਂ ਡੇਟਾ, ਸਾਇੰਟੀਫਿਕ ਜਾਂ ਐਵੀਡੈਂਸ ਬੇਸਡ, ਸਟੈਟਿਸਟਿਕ ਬੇਸਡ ਡੇਟਾ ਦੀ ਗੱਲ ਕਰ ਰਿਹਾ। ਆਈ ਐਮ ਟਾਕਿੰਗ ਅਬਾਊਟ ਨਾਰਥ ਅਮਰੀਕਾ। 85% ਡੈਥਸ ਆਰ ਬਿਕੋਜ਼ ਆਫ ਫੈਂਟਨਿਲ। ਸੋ ਫੈਂਟਨਿਲ ਕੀ ਕਰਦਾ ਹੈ? ਨਸ਼ੇ ਦਾ ਜਿਹੜਾ ਵੀ ਪਦਾਰਥ ਹੁੰਦਾ ਹੈ, ਯੂਜੂਅਲੀ ਜ਼ਿਆਦਾਤਰ ਹੈਰੋਇਨ ਹੀ ਹੁੰਦਾ ਹੈ, ਇਫ ਆਈ ਐਮ ਨਾਟ ਰੋਂਗ, ਉਹਨੂੰ ਤੇਜ਼ ਕਰ ਦਿੰਦਾ ਹੈ, ਉਹਨੂੰ ਉਹਦੇ 'ਚ ਕਿੱਕ ਜ਼ਿਆਦਾ ਹੋ ਜਾਂਦੀ ਹੈ। ਸੋ ਫੈਂਟਨਿਲ, ਹਾਂ, इट इज़ ऑल टुगेदर, इट इज़ एन ओपियोइड, बट इट इज़ ए 100% सिंथेटिक ओपियोइड। इसमें ओपियम वाला ओपियोइड नहीं है, कुछ भी नहीं है, इट इज़ जस्ट अ सिंथेटिक। ਵਿਚ ਮੀਨਸ ਕਿ ਜੇ ਮੰਨ ਲਓ 1 ਕਿਲੋ ਹੈਰੋਇਨ ਜੋ ਕਿ ਪੈਦਾ ਹੋਈ ਕਿਤੋਂ ਅਫਗਾਨਿਸਤਾਨ ਤੋਂ, ਤੇ ਉਹ ਤੁਰ ਕੇ ਸਮਗਲ ਹੋ ਕੇ ਇੰਡੀਆ ਆਈ, ਤਾਂ ਉਸ ਨੂੰ ਤੁਸੀਂ 4 ਕਿਲੋ ਹੈਰੋਇਨ ਬਣਾ ਦਿੰਦੇ ਹੋ ਬਾਏ ਜੋ ਪ੍ਰੀਕਰਸਰ, ਜਿਹਨੂੰ ਕਟਿੰਗ ਏਜੰਟਸ ਜਾਂ ਪ੍ਰੀਕਰਸਰਸ ਦੇ ਨਾਲ ਜੋੜ ਕੇ। ਉਹਨਾਂ ਵਿੱਚੋਂ ਇੱਕ ਪ੍ਰੀਕਰਸਰ ਕਹਿ ਲਓ ਜਾਂ ਇੱਕ ਐਡੀਸ਼ਨਲ ਜਿਹੜਾ ਐਲੀਮੈਂਟ ਉਹ ਹੁੰਦਾ ਹੈ ਫੈਂਟਨਿਲ ਦਾ। ਤੇ ਜਦੋਂ ਫੈਂਟਨਿਲ ਹੈਰੋਇਨ 'ਚ ਮਿਲਣੀ ਸ਼ੁਰੂ ਹੋ ਜਾਏ ਤਾਂ ਫਿਰ ਉਹਦੀ ਕਿੱਕ ਹੋ ਜਾਂਦੀ ਹੈ। ਫਿਰ ਜਿਹੜਾ ਵਰਤੋਂ ਕਰਨ ਵਾਲਾ ਨੌਜਵਾਨ ਹੁੰਦਾ ਹੈ ਜਾਂ ਕੋਈ ਵੀ ਵਿਅਕਤੀ ਜਿਸ ਨੂੰ ਉਹਦੀ ਆਦਤ ਪੈ ਗਈ ਹੁੰਦੀ ਹੈ, ਉਹਨੂੰ ਤੇਜ਼ ਨਸ਼ੇ ਦੀ ਆਦਤ ਪੈ ਜਾਂਦੀ ਹੈ, ਉਹਨੂੰ ਸਾਧਾਰਨ ਹੈਰੋਇਨ ਸ਼ਾਇਦ ਉਨੀ ਚੰਗੀ ਨਾ ਲੱਗੇ, ਵਿਚ ਮੀਨਸ ਕਿ ਸਲੋਲੀ ਐਂਡ ਸਲੋਲੀ ਤੁਹਾਡੀ ਬੋਡੀ ਉਸ ਦੇ ਉੱਤੇ ਬੇਸਡ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਬਹੁਤ ਸੇ ਕੇਸਿਸ ਦੇ ਵਿੱਚ ਫੈਂਟਨਿਲ ਲੇਸਡ ਜਿਹੜੀ ਹੈਰੋਇਨ ਹੁੰਦੀ ਆ, ਉਸ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਸਡਨ ਕਾਰਡਿਕ ਅਰੈਸਟ ਜਾਂ ਇਸ ਤਰੀਕੇ ਦੇ ਝਟਕੇ ਜਾਂ ਉਹਨਾਂ ਦੇ ਸਰੀਰ ਦੀ ਸਿਹਤ ਉੱਤੇ ਨਿਰਭਰ ਕਰਦਾ ਕਿ ਉਹ ਕਿੰਨਾ ਕੁ ਚੱਲ ਸਕਦੇ ਨੇ,
ਕੁਝ ਲੋਕ ਚੱਲ ਜਾਂਦੇ ਨੇ ਬਟ ਲਾਰਜ ਰਨ ਦੇ ਵਿੱਚ ਫੈਂਟਨਲ ਬਿਕੋਜ਼ ਆਈ ਰਿਮੈਂਬਰ ਹੈਰੋਇਨ ਨੂੰ ਵੀ ਬਹੁਤ ਲੋਕ ਲੰਮੇ ਸਮੇਂ ਤੱਕ ਉਸਦਾ ਸੇਵਨ ਕਰਦੇ ਰਹੇ ਲੇਕਿਨ ਜਦ ਤੱਕ ਹੈਰੋਇਨ ਯੂਜ਼ਡ ਟੂ ਰਿਮੇਨ ਵਟਐਵਰ ਇਟ ਵਾਸ ਰਾਈਟ ਲੇਕਿਨ ਜਿਵੇਂ ਉਹਦੇ ਵਿੱਚ ਤੁਸੀਂ ਚੀਜ਼ਾਂ ਮਿਕਸ ਕੀਤੀਆਂ ਤਾਂ ਇਨਸਟੈਂਟ ਡੈਥਸ ਰਾਈਟ ਜਾਂ ਔਰ ਮੇਬੀ ਕੁਝ ਸਾਲਾਂ ਮਹੀਨੇ 'ਚ ਬੰਦਾ ਖਤਮ एम्फेटामाइन टाइप स्टिमुलेंट या फेंटेनिल का छोटा सा डोज तो मुझे डर ये है कि ये हेरोइन या चिट्टे के थ्रू कहीं फेंटेनिल के बड़े छोटे छोटे डोजेस मार्केट को बनाने के लिए कहीं एक बहुत बड़े षड्यंत्र को वो इम्प्लीमेंट करने के लिए कहीं ऐसा ना हो कि ये मार्केट बन रही है हमें बहुत खबरदार होने की ज़रूरत है सर ਅਮਰੀਕਾ ਮਾਰਕੀਟ ਹੈ ਕੈਨੇਡਾ ਮਾਰਕੀਟ ਹੈ ਤੇ ਇੰਡੀਆ ਮਾਰਕੀਟ ਜੇ ਬਣ ਗਈ ਇੰਡੀਆ ਇਜ਼ ਅ ਹਿਊਜ ਯੂ ਆਰ 140 ਕਰੋੜ ਪੀਪਲ ਕਮ ਔਨ ਤੁਸੀਂ ਹਰ ਚੀਜ਼ ਦੀ ਮਾਰਕੀਟ ਹੋ ग्लोबली देखा जाए तो पूरी दुनिया वाले अपनी चीज़ें आप ही के पास आते हैं बेचने के लिए जनाब इसलिए हम इम्पोर्टेंट है तो नशे वाले छोड़ेंगे और उन्होंने करा है सब आज हम 2002 में एनसीबी में आए थे 2002 में साथ में हम गए थे उस वक्त परिस्थितियाँ क्या थी और आज परिस्थितियाँ देखो उस वक्त तो जो पैकेट हम हेरोइन के जो पाकिस्तान की आती थी वो यहाँ खुलते ही नहीं थे है ना वो कहीं यूरोप या अमेरिकन या कहीं भी इंटरनेशनल डेस्टिनेशन के लिए जाना होता था हम इंटरसेप्ट करते थे ठीक है तो यहाँ खुलते नहीं थे यहाँ उसका सेवन नहीं होता था कोई इसको यूज़ नहीं करता था आज देखो ना आज वो छोड़ो वो पैकेट छोड़ दिए अब तो बात कुछ और हो रही है और बात वो भी कुछ नहीं हो रही बात तो सीधी हो रही है कि भैया नशा कीजिए पर ये वाला कीजिए अब वो कौन करेगा वो करेगा नया व्यक्ति तो क्या आर वी मोटिवेटिंग द न्यू कमर्स टू अडॉप्ट दिस स्ट्रेटजी ਤੁਸੀਂ ਕਹਿਣ ਦੀ ਕੋਸ਼ਿਸ਼ ਕਰ कि ਰਹੇ जी ओपीएम चाहो ਤੁਸੀਂ ਹੈਰੋਇਨ ਤੋਂ ਬੰਦਾ ਓਪੀਐਮ 'ਚ ਨਹੀਂ ਜਾਏਗਾ ਉਹਦੇ ਚਾਂਸਸ ਘੱਟ ਨੇ उसको उसका ਕਿਕ ਨਹੀਂ ਮਿਲੇਗੀ किक नहीं ना मिलेगी वो किक का ही तो सारा सवाल है ਇਹ ਵੀ ਹੁਣ ਦੇਖੋ ਥਿਓਰੈਟੀਕਲ ਪੁਆਇੰਟ ਹੈ ਜਿਹੜੇ ਲੋਕ ਕਹਿੰਦੇ ਨੇ ਵੀ ਹਾਰਡ ਨਸ਼ੇ ਤੋਂ ਕਿਉਂਕਿ ਸਰਕਾਰ ਨੇ ਇੱਥੇ ਮੈਨੂੰ ਪਤਾ ਪੰਜਾਬ ਦੇ ਵਿੱਚ ਟ੍ਰਿਪਲ ਓਟੀ ਸਕੀਮ ਬਣਾਈਆਂ ਤੁਸੀਂ ਹਾਂ ਓਪੀਆਇਡ ਦੇ ਉੱਤੇ ਤੁਸੀਂ ਲੈਸਰ OST ਹਾਂ ਓਪੀਆਇਡ ਤੇ ਤੁਸੀਂ ਟ੍ਰਾਂਸਫਰ ਕਰ ਰਹੇ ਹੋ ਬਟ ਦੈਟ ਇਜ਼ ਵਿਦ ਅ ਪ੍ਰੋਪਰ मेडिकल सुपरविजन ਮੈਡੀਕਲ ਸੁਪਰਵਿਜ਼ਨ ਪਲੱਸ ਉਹਦੇ 'ਚ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਗੱਲ ਹੈ ਵੀ ਉਹਦੇ 'ਚ ਇਹ ਵੀ ਇਟ ਟੋਟਲੀ ਟੈਂਟਾਮਾਊਂਟਸ ਟੂ ਤੁਹਾਡੀ ਡੀ ਐਡਿਕਸ਼ਨ ਵੱਲ ਲੈ ਕੇ ਜਾਣਾ ਬੰਦੇ ਨੂੰ ਐਂਡ ਯੂ ਹੈਵ ਟੂ ਫੋਲੋ ਇਟ ਥਰੂ ਠੀਕ ਹੈ ਨਾ ਐਂਡ ਇਨਕਲੂਡਿੰਗ ਦ ਰਿਲੈਪਸ ਨਾ ਹੋਵੇ ਰਾਈਟ ਸੋ ਯੂ ਹੈਵ ਟੂ ਪੂਰਾ ਦਾ ਪੂਰਾ ਬੰਦੇ ਨੂੰ ਨਸ਼ੇ 'ਚੋਂ ਮੁਕਤ ਕੱਢਣ ਲਈ ਤੁਸੀਂ ਉਨੀ ਦੇਰ ਤੱਕ ਓਪੀਆਇਡ ਦੇ ਉੱਤੇ ਨੂੰ ਨਿਰਭਰ ਰੱਖੋਗੇ ਨਾ ਕਿ ਤੁਸੀਂ ਕਹੋ ਜੀ ਕਿ ਓਪੀਐਮ ਤੇ ਅਫੀਮ ਸ਼ੁਰੂ ਕਰਦੀ ਆਪਾਂ ਵੈਸੇ ਤਾਂ ਕਿ ਬੰਦਾ ਨਿਕਲ ਜਾਏਗਾ ਉਹਨੂੰ ਟੇਪਰ ਕਰਨਗੇ नहीं डॉक्टर नोज है ना कि उन्होंने कितना डोज दे करके उसको टेपर करना है फिर उसको 0 पे लेके आएंगे फिर वो डिटॉक्स हो जाएगा तो उसके बाद फिर अच्छा ये बताइए अब इस डिस्कशन में ये भी निकलती है बात कि आपने डिटॉक्स कर दिए आप उनको ये कहोगे अब अफीम ले लो कि ਤੁਹਾਡਾ ਸਰਟੀਫਿਕੇਟ ਬਣਾ ਦਿਓ ਸੀਐਮਓ ਸਾਹਿਬ ਬਣਾ ਦੇंगे ਜਾਓ ਉੱਥੇ ਜਾਓ ਉਹਨਾਂ ਦਾ ਫਿਰ ਦਿਲ ਕਰਨਾ ਹੈ ਤੇ ਉਹਨਾਂ ਨੇ ਫਿਰ ਕਿੱਥੇ ਜਾਣਾ ਉਹਨੇ ਜਾਣਾ ਫਿਰ ਲੀਡਰ ਕੋਲ ਕਿ ਸਰ ਜੀ ਆਪਾਂ ਵੋਟ ਦਿੱਤੇ ਸੀ ਤੁਹਾਨੂੰ ਤੇ ਮੈਨੂੰ ਫਿਰ ਤਲਬ ਲੱਗੀ ਹੈ ਤੇ ਹੁਣ ਤੁਸੀਂ ਕੰਮ ਓਪੀਐਮ ਦਾ ਮੈਨੂੰ वो करेगा फिर काम फिर वो करेंगे तो फिर हमने नशा मुक्त किसको करा हमने क्या करा फिर ਇਹ ਨਸ਼ਾ ਮੁਕਤੀ ਤਾਂ ਹੈ ਹੀ ਨਹੀਂ ਨਾ ਇਹ ਨਸ਼ਾ ਮੁਕਤੀ ਨਹੀਂ ਹੈ ਜੇ ਓਪੀਐਮ ਵਾਲੇ ਪਾਸੇ ਆਪਾਂ ਤੁਰ ਰਹੇ ਹਾਂ ਇਹ ਨਸ਼ਾ ਮੁਕਤੀ नहीं है ये तो सरेंडर है ये इसको बोलते हैं कि हार्म रिडक्शन की थोड़ा सा हार्म को जो हो रहा है उसको रिड्यूस करने की एक योजना है लेकिन यह योजना ये पक्की योजना नहीं है ये पॉपुलर योजना हो सकती है थोड़े समय के लिए ये ऐसे हो सकता है आपको लगेगा कि ये ठीक है लेकिन उसके बाद ये रिलैप्स हो जाएगी ये थ्योरेटिकल भी हो सकती है इट माइट जस्ट बी थ्योरेटिकल ਨੋਸ਼ਨਲ ਵੀ ਹੋ ਜਿੰਨੀ ਸੋਚ ਹੈ ਬੰਦਾ ਲੱਗ ਰਿਹਾ ਇਦਾਂ ਹੋ ਜਾਏਗਾ ਆਪਾਂ ਦੇਖ ਲਿਆ ਨਾ ਸਰ ਕਿ ਅਸੀਂ ਓਪੀਐਮ ਤੋਂ ਹੈਰੋਇਨ ਚਿੱਟੇ ਤੱਕ ਗਏ ਆ ਪੰਜਾਬ ਦੇ ਵਿੱਚ ਓਪੀਐਮ ਤੇ ਹੈ ਹੀ ਹੈ ਨਾ ਮਿਲਦੀ ਹੈ ਪੰਜਾਬ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਅਸੀਂ ਬੋਲ ਰਹੇ ਹੈ ਨਾ ਫਿਰ ਵੀ ਗਏ ਚਰਸ ਤੋਂ ਚਿੱਟੇ ਤੱਕ ਗਏ ਹਿਮਾਚਲੀ गए हैं ना तो चिट्टे वाले वापस नहीं आ रहे शराब के ठेकेदारों को बड़ी समस्या आ रही है हिमाचल में वो इसलिए आ रही है क्योंकि शराब नहीं बिक रही लोग तो चिट्टा ले रहे बताइए इसका मतलब बड़ा सीधा है कि जो चिट्टे पे चला गया वापस शराब पे नहीं आएगा दूसरे कम नशे जिसको आप कह रहे हो नहीं आएगा इसलिए मैं कहता हूँ आपका मैंडेट आपका ध्येय जो है वो नशे को ख़त्म करने का होना चाहिए तब आप जाकर के कहीं 50% तक आप इसको कम कर ही देंगे ऐसा नहीं है इफ़ यू आर सीरियस इनफ और अगर सिर्फ 10,000 20,000 50,000 करोड़ का ड्रग का बिजनेस है यदि आपकी स्टेट के अंदर आप उस पर 10,000 करोड़ इन्वेस्ट नहीं करेंगे आप ट्रेन नहीं करेंगे अपने स्टाफ को आप मैन पावर नहीं बढ़ेंगे विज दी क्राइम रेट
and the availability of the substance, you think you are gonna control this? No. Big no. ਬੜਾ ਇੰਪੋਰਟੈਂਟ ਹੈ ਵੀ ਕਾਟਲ ਤੇ ਮਾਫੀਆ ਦਾ ਜੋ ਪ੍ਰੋਫਿਟਸ ਨੇ, ਜੋ ਮੁਨਾਫਾ ਹੈ, Yes. ਤੇ ਜਿਹੜੀ ਵੱਡੀਆਂ ਪੇਬੈਕਸ ਹੈਗੀਆਂ ਨੇ, ਕਰਪਸ਼ਨ ਹੈਗਾ, ਆਈ ਥਿੰਕ ਐਵਰੀਥਿੰਗ ਸਟੈਮਸ ਫॉर ਕਰਪਸ਼ਨ। ਜੇ ਅਫਸਰਾਂ ਦੇ ਵਿੱਚ ਜਾਂ ਜਿਹੜੇ ਇਨਫਲੂਐਂਸ ਫੋਰਸਸ ਨੇ ਉਹਨਾਂ ਦੀ ਭੁੱਖ ਖਤਮ ਹੋ ਜਾਏ ਉਸ ਭ੍ਰਿਸ਼ਟਾਚਾਰ ਕਰਨ ਦੀ, ਤਾਂ ਇਹ ਨਸ਼ਾ ਕਿੱਥੇ ਨਾ ਲੱਭੇਗਾ ਤੁਹਾਨੂੰ ਫਿਰ। भूख खत्म हो सकती है, हाईली पेड होने चाहिए, उनको सुरक्षा दीजिए, उनको मोटिवेट कीजिए, उनको ट्रेन कीजिए। सबसे बड़ी चीज़ होती है ट्रेनिंग। ट्रेनिंग से मोटिवेशन। फौज में मोटिवेशन क्यों होती है सर? राष्ट्र के प्रति, देश के प्रति उनके अंदर वो चीज़ होती है, वो फायर होती है, और वो फायर उनका जो उस्ताद है ना, उनका जो गुरु है ना, उनका जो कमांडर है ना, वो इंजेक्ट करता है। करता है कि नहीं करता है? ये फैक्ट है। यही बात पुलिस में भी करो ना, ये एनसीबी में भी करो। क्यों ढिले बैठे ने, क्यों तालिका बढ़ा रहे हो कि हमने 6,000 केस कर लिए, 10,000 कर दिए, 15,000 कर दिए, बुलडोजर लगा दिया, ये कर दिया, वो कर। Come on, have a policy and then you have a directorate. Separate directorate, have those, 80-80 घंटे काम करने वाले लोग और वो फाइटर्स लाओ ना। कमी है क्या यार इस प्रदेश के अंदर या देश के अंदर? लाओ उनको। तैयारी नहीं कर पा रहे, मोटिवेट नहीं कर पा रहे। क्यों? पता क्यों? प्रायोरिटी नहीं है। जिस दिन प्रायोरिटी हो जाएगी उस दिन देखिएगा पंजाब पुलिस के अंदर वो दम है। मैंने पहले भी कहा था कि अगर वो करने पे आ जाए सब सेट कर देगी सर। कॉन्फिडेंस है, मैंने देखा है, हमने काम किया है उनके साथ, हाँ पता है। लेकिन जब ऊपर से आदेश नहीं होगा नहीं करेंगे। चक के उन्हें सट देने के थे कि कर लोगे। हिमाचल में भी यही हो रहा है। 3-4 IPS अफसर है वहाँ पे जो काम करना चाहते हैं, भाई उनके पास उनके ऊपर टैग लगा है कि ये उस पर्टिकुलर पॉलिटिशियन के बंदे हैं। दे वर नॉट गिवन इवन चार्ज। काम नहीं सी उन्होंने करने वास्ते। दसो इस लेवल तक अगर रिस्पॉन्सिबल लोग ये सोचेंगे, ऐसा करेंगे, आप कुछ नहीं कर सकते, प्रदेश नहीं बचेगा। मुश्किल आएगी, बहुत मुश्किल आएगी। फिर गल्लां बातां रह जानियां ने, युद्ध नशा विरुद्ध भी कुछ होया करदा सी। नहीं, ये तो बड़ा हमको, मुझे लगता है हमें तो मुंह छुपाना पड़ेगा कि आपने ये नाम तो दे दिया युद्ध, पर फौजां तुसी उथे ना तुसी इन्वेस्टमेंट कीती ਉਹਨਾਂ ਤੇ, ਨਾ ਤੁਸੀਂ ਉਹਨਾਂ ਨੂੰ ਟ੍ਰੇਨ ਕੀਤਾ। ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਵੀ ਬੁਲਡੋਜ਼ਰ ਚੱਲ ਰਹੇ ਪਏ ਨੇ ਤੇ ਉਹ ਜਿਹੜੀਆਂ ਪ੍ਰਾਪਰਟੀਆਂ ਨੂੰ ਧਵਸਤ ਕਰ ਰਹੇ ਹੋ। ਸ਼ਰਮਾ ਜੀ ਨੇ ਕਿਹਾ ਵੀ ਉਹਨਾਂ ਦੇ ਤੁਸੀਂ ਹੋਰ ਨਹੀਂ ਤਾਂ ਇੱਕ ਉਹ ਖੋਲ ਦਿਓ, ਜਿਹੜੇ ਨਸ਼ਾ ਨਿਵਾਰਣ ਕੇਂਦਰ ਖੋਲ ਦਿਓ, ਡੀ ਐਡਿਕਸ਼ਨ ਦੀ ਗੱਲ ਕਰੋ, ਕੁਝ ਨਾ ਬਿਲਡਿੰਗਸ ਨੂੰ ਵਰਤੋ, ਟੇਕ ਓਵਰ ਕਰੋ ਤੁਸੀਂ ਉਹਨੂੰ। ਦਿਸ ਇਜ਼ ਆਲਸੋ ਪॉपुलर एक्शन ना कि ਅਸੀਂ बुलडोज कर देता जी, ठीक है भाई। इस केस में आपने उसको बुलडोज क्यों करना है भाई? आप वहाँ नशा मुक्ति केंद्र खोलो, रिफॉर्म हाउसेज खोलो, जिम्नेजियम खोलो यार। लेट द यंगस्टर्स है ना, युवा लोगों को वहाँ जाने दो यार, उनको करने दो वहाँ पे, है ना। डांसिंग क्लास, म्यूजिक क्लास यार, कुछ भी करो यार, कुछ भी अच्छा करो यार। आप बुलडोज करके बोले आपने कुछ एक चीज़ थी वो आपने उड़ा दी, है ना। फिर उसके बाद आप बोला हमने बुलडोज कर। किसको बुलडोज किया आपने? आपने ईंट पत्थरों को और सरिये को बुलडोज किया, आपने नशे को बुलडोज नहीं किया सर। You need to bulldoze the nasha. You don't need to bulldoze those illegal properties. Those illegal properties should be taken over by the government. That is what they should be useful. That is what they should be used in. Yes. ਹੋਣਾ ਚਾਹੀਏ। ਜਿਹੜੀ ਵੀ ਗੱਲ ਕਰ ਰਹੇ ਸੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰ ਰਹੇ ਹਾਂ, ਵੀ ਹਵਾਬਾਜ਼ੀ ਨਹੀਂ ਵੀ ਸਲਾਹ ਦਿੱਤੀ ਜਾ ਰਹੀ ਹੈ ਵੀ ਕਾਨੂੰਨ ਇਹ ਕਹਿ ਰਿਹਾ ਹੈਗਾ। ਉਹਦੇ ਵਿੱਚ ਉਹ ਇੰਟਰਪ੍ਰੀਟ ਕਰ ਦਿੰਦੇ ਕਿ ਵੀ ਇਹ ਗਵਰਨਮੈਂਟ ਲੈਂਡ ਦੀ ਸੀ ਤੇ ਉਹ ਦੂਜਾ ਕਾਨੂੰਨ ਮਿਊਨਿਸਪਲ ਕਾਨੂੰਨ ਲਾ ਦੇਣਾ ਉਹਨਾਂ ਨੇ, ਜਾਂ ਦੂਜਾ ਲਾ ਕੇ ਉਹਨੂੰ ਬੁਲਡੋਜ਼ ਕਰ ਦੇਣਾ। ਬਟ ਡਰੱਗ, ਦੈਟ ਮੀਨਸ ਡਰੱਗ ਫਿਰ ਪ੍ਰਾਇਓਰਟੀ ਨਹੀਂ ਹੈ ਨਾ। ਤੁਸੀਂ ਲੈਣਾ ਡਰੱਗ ਦਾ ਕਿ ਵੀ ਇਹ ਡਰੱਗ ਤਸਕਰ ਸੀ। ਤੇ ਅਸੀਂ ਕਿਤੇ ਨਾ ਕਿਤੇ ਨਾ ਅਸੀਂ ਸਾਡੀ ਜਿਹੜੀ ਡਰੱਗ ਦੇ ਪ੍ਰਤੀ ਪ੍ਰਾਇਓਰਿਟੀ ਸਾਡੀ ਮਤਲਬ ਉਹ ਨਹੀਂ ਨਜ਼ਰ ਆਉਂਦੀ ਹੈ ਨਾ। ਇਹਦਾ ਮਤਲਬ ਜੁਮਲਿਆਂ ਦੇ ਵਿੱਚ ਹੈ, ਅਜੇ ਤੱਕ ਮੁਹਾਵਰੇ, ਜੁਮਲਿਆਂ ਤੇ ਸਲੋਗਨਸ ਦੇ ਵਿੱਚ, ਨਾਰਿਆਂ ਦੇ ਵਿੱਚ, ਜਕਾਰਿਆਂ ਦੇ ਵਿੱਚ ਨਸ਼ਾ ਹੈ। नशे के खिलाफ युद्ध है ना। नहीं, मुझे लगता है एक पूरा डायरेक्टरेट, बिल्कुल एक बड़े सीनियर मोस्ट आईपीएस काडर का एक और पोस्ट पब्लिश होनी चाहिए। एक डीजी रैंक का ऑफिसर उसमें बैठे, एसटीएफ वगैरह, ठीक है ना। उसमें हेल्थ सर, उसमें हेल्थ के भी लोग हों ना। एसटीएफ इज ओनली पुलिस भाई। एसएसपी ऑफिस हो गया या एसटीएफ का ऑफिस, बात तो एक ही है ना सर। वो तो आपने उसमें क्या बदलाव लिया, यही शिमला में इन्होंने किया। हमने ANTF मैंने जो बनाया था उसमें मैंने बाकी स्टेक होल्डर भी उसमें इन्वॉल्व किए थे। स्टेट टैक्सेस एक्साइज, जो एडमिनिस्ट्रेटिव डिपार्टमेंट फॉर NDPS है, उसमें ड्रग कंट्रोलर है ना, ये सारे मैंने उसमें डाले थे कि दिस विल बी दी ANTF। वर्तमान सरकार है ही बोला हद हो गए, अपन तो STF बनाएंगे। हमने महाराज आपने STF बना दी तो पुलिस तो पहले ही है, इज द सेम पुलिस।
पैसे आपने नहीं दिए, ट्रेनिंग आपने नहीं दी, है ना, कोई कोऑर्डिनेशन आपने नहीं किया, प्रदेश से बाहर आप निकले ही नहीं। मान साहब को भी मिल लो, सैनी साहब को भी मिल लो, जे.एंड.के की तरफ भी जाओ, उत्तराखंड वालों को भी बुलाओ, दिल्ली वालों को बुलाओ, मध्य प्रदेश और राजस्थान वालों को भी बुलाओ। ये बड़ा ज़रूरी है। जो डायमेंशन, जो बात जहाँ तक जा रही है, उन सबको बुलाओ। 2010 में ओपीएस मलिक साहब एक उस जमाने के डीजीपी थे, नारकोटिक्स कंट्रोल ब्यूरो के। मैं उस वक्त मलाना पे, आपको याद होगा, क्या मलाना ਨੂੰ ਮਿਲੇਗੀ ਰਿਹਾਈ, ਡਰੱਗ ਤੋਂ ਰਿਹਾਈ ਤੁਸੀਂ ਕੀਤਾ ਸੀ ਇੱਕ। ਜੀ मैंने स्पेशली, आई वॉज स्पेशल इन्वाइटी टू स्पीक ऑन ऑल्टरनेटिव डेवलपमेंट प्रोग्राम कि साहब आपके पास क्या है ऐसा, ठीक है। तो मैं, उन्होंने मध्य प्रदेश के एडीजी लेवल के लोगों को बुलाया था, ऑल सेंट्रल एंड स्टेट एजेंसी, 12 स्टेट्स के लोगों को यूटी गेस्ट हाउस में एक बहुत बड़ा कॉन्फ्रेंस हुआ था। दैट वाज अ लैंडमार्क कॉन्फ्रेंस। लेकिन कॉन्फ्रेंसिस के बाद उस पर क्या होता है, वो जो मेंबर स्टेट्स है, क्या उसको आगे, वहाँ जो उन्होंने चिंतन किया, उसको आगे रूल्स रेगुलेशंस के रूप में लेके आते हैं अपने प्रदेश में। तो जब नहीं लाते हैं या लाते हैं, उसी पे निर्भर करेगा। वो कुछ भी नहीं हुआ। हिमाचल से तो एक आईजी साहब आए थे, और वो घूमने आए थे चंडीगढ़, तो ओपीएस मलिक साहब, मैं तो वही था, डांट दिया सबके सामने, टूरिस्ट बन के आए। बोला इधर इतना बड़ा कॉन्फ्रेंस चल रहा है और आपका स्टेट जो है, दे आर नॉट सीरियस ऑन दिस, है ना। तो ऐसे हार्ड टास्क मास्टर चाहिए हमें, ठीक है। और साथ में साथ राजनीतिज्ञों के अंदर बड़ी संवेदना चाहिए, ह्यूमन सेंसिटिविटी चाहिए। ह्यूमन सेंसिटिविटी नज़र तो आ रही है कि हमारे लोग ना मरें, इसलिए हम अफीम पे की तरफ चले जाएं, लेकिन मैं संतुष्ट नहीं हूँ इस बात से कि ये संवेदना तो जरूर है, लेकिन इसमें वोट की संवेदना भी नजर आ रही है मुझे। तो ड्रग के केस में वोट की संवेदना ना रखें, ह्यूमन के प्रति ह्यूमन सेंसिटिविटी रखें, मानवीय संवेदना का दृष्टिकोण रखें, आपका भला होगा। ईश्वर आपको आशीर्वाद देंगे, वाहिगुरु आपको आशीर्वाद देंगे। नहीं तो लोगों को मारने का आरोप एक किस्म से वो लग ही जाएगा, क्योंकि जब लोग इस तरह से गली में कूचे मरेंगे तो क्या होगा सर? मर्डर होंगे, क्राइम्स होंगे, ये होगा, कैसे होगा? हो ही रहा है जी, हो ही रहा है। तो थैंक यू सर, शुक्रिया, बहुत डिटेल गलबात एक बार फिर, बहुत बहुत धन्यवाद सर, शुक्रिया, धन्यवाद थोड़ा। माफ़ी मांगना चाहूँगा कि यदि मुझसे कोई ऐसी मैंने कोई बात कही हो, मेरा कोई इंटेंशन नहीं है। मेरा इंटेंशन, मैंने तो वॉलंटरी रिटायरमेंट्स फ्रॉम सर्विसेज मैंने लिया ही इसलिए था कि मैं एंटिसिपेट करता हूँ चीज़ों को बहुत, और कुछ ईश्वर की कृपा है कि मैं बहुत सारी चीज़ें पहले देख लेता हूँ। यहाँ तक कि अगर कोई स्ट्राइक भी कहीं पे होनी है और वहाँ लोगों ने मरना है तो मैं देख लेता हूँ। आज पहली बार कहा, मुझे कहना नहीं चाहिए, लेकिन मैं इसलिए कह रहा हूँ कि पंजाब के नेताओं को मेरा बहुत बहुत, मैं बड़ा विनम्र मेरा निवेदन है कि थोड़ा सा मानवीय संवेदना के साथ आगे बढ़ें। आपकी जय होगी, ये पक्की बात है, क्योंकि ईश्वर आपको आशीर्वाद देंगे। आप ही के हाथ में सब कुछ। तो लीडरों से सीधी अपील, मेरी पूरी अपील है, और ये हिमाचल वालों से भी बड़ी अपील है कि आप तो देवभूमि में देवताओं की आप सेवा करते हैं, पूजा करते हैं, लेकिन आप वोट का एलिमेंट जो कंपोनेंट रखते हैं इसमें महादेव जी आपसे प्रसन्न नहीं है, बिल्कुल नहीं है। तो ये बात अच्छी नहीं है, क्योंकि रिजल्ट्स आ रहे हैं, रिजल्ट शरेआम धड़ से सर अलग किया जा रहा है। तो मेरी माननीय मुख्यमंत्री हिमाचल प्रदेश से भी अपील है कि मानवीय संवेदना का करें और प्रभावशाली कदम उठाएं, ऐसे राजनीतिक उसमें न जाएं। बहुत बहुत धन्यवाद। थैंक यू सर। धन्यवाद सर।